गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। सतगुरु गुरबाणी गुरु राही जो उपदेश आपां नूं बख्शिश कर रहे, सतगुरु समझाउंदे भी इस संसार दे विच जदों साडा मन आके भरम दे विच पै जांदा, त्रै गुणां दे विच माया दे विच सौ जांदा है। फिर ये जिहड़ी माया है इसनूं अगन आखी, फिर जिहड़ा मन है ये अगन वांगू तपदा है, फिर ये अग वांगू सड़दा है। मन अगन वांगू तपदा, इहदे अंदर छुरी चलदी आशा अभिलाषा तृष्णा मानसी। सतगुरु कहंदे भी जे ये मन हुक्म की पहचान कर लवे, हुक्म नूं बुझ लवे, फिर ये सदा वास्ते सुखी हो सकदा, नहीं तो ये मन ने तपदा ही रहना। सतगुरु फरमाउंदे जिहड़ा अगन बराबर तपे, भीतर वगे काती, रणवत नानक हुक्म पछाणे, सुख होवे दिन राती। बई जे तो मन हुक्म की पहचान कर लेंदा, हुक्म दे विच आ जांदा, फिर तो इहनूं दिन रात सुख। जे हुण ये हुक्म नूं नहीं बुझदा, हुक्म तो वाकी है, ये ना तो सिमरन करदा ना सत्संगत करदा, फिर ये मन है जिहड़ा तप रही। सतगुरु कहंदे अग वांगू तपदा। तो ये हुण आपां संसार दे विच देखदे हां बई जीवां दे जिहड़े मन ने वो मन तप रहे, मन दुखी ने, मन अशांत ने, दिन रात दुखी हो रहे। सतगुरु कहंदे भी ये मन सुखी हो सकदा
ਜੇ ਹੁਕਮ ਦੇ ਵਿੱਚ ਅਰਜਿਤ, ਜੇ ਹੁਕਮ ਦੀ ਪਹਿਚਾਣ ਕਰ ਲਈ, ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਣਾ ਕਰਦੇ ਬਈ ਹੁਕਮ ਨੂੰ ਬੁੱਝੋ ਤੇ ਹੁਕਮ ਦੇ ਵਿੱਚ ਆ। ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਇਹ ਫਿਰ ਅਸੀਂ ਸਦਾ ਲਈ ਸੁਖੀ ਹੋ ਜਾਵਾਂਗੇ। ਨਹੀਂ ਤਾਂ ਜਿਹੜੇ ਇਹ ਸੰਸਾਰ ਦੇ ਸਾਧਨ ਜੀਵ ਇਕੱਠੇ ਕਰਨ ਲੱਗਿਆ ਹੋਏ ਆ ਦਿਨ ਰਾਤ, ਇਹ ਅਸੀਂ ਤਨ ਵਾਸਤੇ ਤਾਂ ਇਕੱਠੇ ਕਰ ਲਾਂਗੇ, ਪਰ ਇਹਦੇ ਨਾਲ ਸਾਡਾ ਮਨ ਨਹੀਂ ਸ਼ਾਂਤ ਹੋਣ ਲੱਗਿਆ, ਸਾਡੇ ਮਨ ਨੂੰ ਸੁੱਖ ਨਹੀਂ ਮਿਲਦਾ। ਇਸ ਲਈ ਮਹਾਰਾਜ ਕਹਿੰਦੇ ਵੀ ਕਿੰਨਾ ਵੀ ਜੀਵ ਸੰਸਾਰ ਦੇ ਵਿੱਚ ਇਹ ਸੁੱਖ ਸਾਧਨ ਇਕੱਠੇ ਕਰ ਲਏ ਤਨ ਵਾਸਤੇ, ਸਰੀਰ ਵਾਸਤੇ, ਇਹਦੇ ਨਾਲ ਜਿਹੜੇ ਮਨ ਦੀ ਤਪਤ ਹੈ ਉਹ ਨਹੀਂ ਬੁੱਝਦੀ। ਚਾਹੇ ਮਹਾਰਾਜ ਕਹਿੰਦੇ ਕਿੰਨੀ ਸਰਦ ਰੁੱਤ ਹੋਵੇ, ਕਿੰਨੀਆਂ ਅਸੀਂ ਤਨ ਵਾਸਤੇ ਸੁੱਖ ਸਹੂਲਤਾਂ ਇਕੱਠੀਆਂ ਕਰੀਏ, ਪਰ ਇਹਦੇ ਨਾਲ ਮਨ ਨਹੀਂ ਠੰਡਾ ਹੁੰਦਾ। ਮਹਾਰਾਜ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਘਾਮ। ਇਹਦੇ ਠੰਡਾ ਹੋ ਸਕਦਾ ਜੇ ਸਿਮਰਨ ਕਰੇ ਨਾਮ ਨਾਲ ਜੁੜੇ। ਸੀਤਲ ਥੀਵੇ ਨਾਨਕ ਜਪੰਦੜੂ ਹਰ ਨਾਮ। ਬਈ ਜੇ ਨਾਮ ਜਪੇ ਤੇ ਸੀਤਲ ਹੋ ਜੇ, ਠੰਡਾ ਹੋ ਜੇ, ਨਹੀਂ ਤਾਂ ਮਨ ਜਿਹੜਾ ਇਹਨੇ ਤਪਦਾ ਹੀ ਰਹਿਣਾ, ਮਨ ਨੇ ਦੁਖੀ ਰਹਿਣਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਦੁਰਮਤ ਦੀ ਅਗਨ ਇਹ ਮਨਾਂ ਨੂੰ ਅੰਦਰੋਂ ਸਾੜਦੀ ਹੈ। ਸੰਸਾਰ ਦੇ ਵਿੱਚ ਸਾਰਾ ਜਿਹੜਾ ਜਗਤ ਇਹਦੇ ਵਿੱਚ ਸੜ ਰਿਹਾ, ਦੁਰਮਤ ਅਗਨ ਜਗਤ ਪਰ ਜਾਰੀ। ਹੁਣ ਇਹ ਦੁਰਮਤ ਦੀ ਅਗਨ ਤੋਂ ਅਸੀਂ ਬਚ ਸਕਦੇ ਹਾਂ ਜੇ ਅਸੀਂ ਸ਼ਬਦ ਦੀ ਨਾਮ ਦੀ ਵਿਚਾਰ ਕਰੀਏ। ਮਹਾਰਾਜ ਕਹਿੰਦੇ ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਜੇ ਤਾਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਤੇ ਅਸੀਂ ਅੱਗ ਤੋਂ ਬਚ ਸਕਦੇ। ਸਾਡਾ ਜਿਹੜਾ ਮਨ ਹੈ ਇਹ ਸੀਤਲ ਠੰਡਾ ਹੋ ਜਾਏਗਾ। ਜੇ ਹੁਣ ਅਸੀਂ ਨਹੀਂ ਨਾਮ ਦੇ ਨਾਲ ਜੁੜਦੇ, ਨਹੀਂ ਗੁਰੂ ਦੀ ਮੱਤ ਲੈਂਦੇ, ਇਹਦੇ ਮਨ ਠੰਡਾ ਨਹੀਂ ਹੁੰਦਾ। ਹੁਣ ਇਸ ਵਾਸਤੇ ਸੰਸਾਰ ਦੇ ਵਿੱਚ ਦੌੜ ਲੱਗੀ ਹੋਈ ਵੀ ਜੀਵਨ ਨੂੰ ਵੀ ਅਸੀਂ ਵੱਧ ਤੋਂ ਵੱਧ ਤਨ ਵਾਸਤੇ ਇਕੱਠਾ ਕਰ ਲਈਏ। ਹੁਣ ਜਿੰਨੀ ਭੱਜ ਦੌੜ ਅਸੀਂ ਤਨ ਵਾਸਤੇ ਕਰਦੇ ਹਾਂ, ਸਰੀਰ ਵਾਸਤੇ ਕਰਦੇ ਹਾਂ, ਜਿੰਨੀ ਭੱਜ ਦੌੜ ਜੀਵ ਇਹ ਸੰਸਾਰ ਦੀਆਂ ਸੁੱਖ ਸਹੂਲਤਾਂ ਇਕੱਠੀਆਂ ਕਰਨ ਵਾਸਤੇ ਕਰਦਾ, ਜੇ ਥੋੜ੍ਹੀ ਜਿਹੀ ਮਿਹਨਤ ਆਪਦੇ ਮਨ ਵਾਸਤੇ ਵੀ ਕਰੇ ਤੇ ਫਿਰ ਸਾਡਾ ਮਨ ਜਿਹੜਾ ਇਹ ਸੁਖੀ ਹੋ ਸਕਦਾ। ਪਰ ਜੀਵ ਮਨ ਵਾਸਤੇ ਨਹੀਂ ਕਰਦੇ, ਉਹ ਤਨ ਵਾਸਤੇ ਕਰਦੇ ਨੇ, ਕਿਉਂਕਿ ਇਸ ਸੰਸਾਰ ਦੇ ਵਿੱਚ ਸ਼ੁਰੂ ਤੋਂ ਸਾਨੂੰ ਗਿਆਨ ਹੀ ਇਹ ਦਿੱਤਾ ਜਾਂਦਾ ਸੰਸਾਰ ਦਾ ਬਈ ਅਸੀਂ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਕਿਵੇਂ ਇਕੱਠਾ ਕਰਨਾ, ਕਿਵੇਂ ਸੁੱਖ ਸਹੂਲਤਾਂ ਇਕੱਠੀਆਂ ਕਰਨੀਆਂ, ਸਾਰਾ ਇਹੋ ਅਸੀਂ ਗਿਆਨ ਪ੍ਰਾਪਤ ਕੀਤਾ। ਹੁਣ ਜੋ ਗੁਰਬਾਣੀ ਗੁਰੂ ਸਾਨੂੰ ਗਿਆਨ ਬਖਸ਼ਿਸ਼ ਕਰਦੇ, ਇਹਨੂੰ ਬ੍ਰਹਮ ਵਿਦਿਆ ਕਹਿੰਦੇ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਸੰਸਾਰ ਦੀ ਜਿਹੜੀ ਪੜ੍ਹਾਈ ਹੈ ਉਹ ਬਾਹਰ ਦੀ ਪੜ੍ਹਾਈ ਹੈ। ਇਹ ਤਨ ਤੱਕ ਸਿਰਫ ਸੰਸਾਰ ਦੀਆਂ ਸੁੱਖ ਸਹੂਲਤਾਂ ਕਿਵੇਂ ਇਕੱਠੀਆਂ ਕਰਨੀਆਂ, ਕਿਵੇਂ ਅਸੀਂ ਸੰਸਾਰ ਦੇ ਵਿੱਚ ਵਧੀਆ ਕਾਰੋਬਾਰ ਕਰ ਸਕਦੇ ਹਾਂ, ਨੌਕਰੀ ਕਰ ਸਕਦੇ ਹਾਂ, ਸਿਰਫ ਇੱਥੇ ਤੱਕ ਹੀ ਹੈ। ਇਹਦੇ ਵਿੱਚ ਕੋਈ ਅੰਦਰ ਦਾ ਗਿਆਨ ਨਹੀਂ। ਇਹਦੇ ਵਿੱਚ ਇਹ ਨਹੀਂ ਦੱਸਿਆ ਜਾਂਦਾ ਵੀ ਸਾਡਾ ਮਨ ਜਿਹੜਾ ਤਪਦਾ ਉਹਨੇ ਠੰਡਾ ਕਿਵੇਂ। ਪਾਈਆਂ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਜੀਵ ਕਿੰਨਾ ਵੀ ਪੜ੍ਹ ਲਿਖ ਜਾਵੇ, ਕਿੰਨੀਆਂ ਵੱਡੀਆਂ ਨੌਕਰੀਆਂ 'ਤੇ ਚਲਾ ਜਾਵੇ, ਪਰ ਫਿਰ ਵੀ ਉਹਦੇ ਅੰਦਰੋਂ ਵੈਰ ਵਿਰੋਧ ਨਹੀਂ ਜਾਂਦਾ, ਉਹਦੇ ਅੰਦਰੋਂ ਹਉਮੈ ਹੰਕਾਰ ਨਹੀਂ ਜਾਂਦਾ,
ਉਹਦਾ ਮਨ ਜਿਹੜਾ ਉਵੇਂ ਹੀ ਤਪਦਾ, ਮਨ ਉਵੇਂ ਹੀ ਦੁਖੀ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਸਮਝਾਇਆ ਬਈ ਜਿਵੇਂ ਅਸੀਂ ਤਨ ਵਾਸਤੇ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਮਨ ਵਾਸਤੇ ਵੀ ਕਰੋ। ਜਿਵੇਂ ਅਸੀਂ ਸੰਸਾਰ ਦੀ ਵਿਦਿਆ ਦੁਨਿਆਵੀ ਸੰਸਾਰ ਦੀ ਲੈਂਦੇ ਹਾਂ, ਜਿਵੇਂ ਅਸੀਂ ਸੰਸਾਰ ਦਾ ਸਾਰਾ ਕੁਝ ਹੀ ਸਿੱਖਦੇ ਹਾਂ, ਇਸੇ ਤਰ੍ਹਾਂ ਹੀ ਫਿਰ ਸਾਨੂੰ ਸਮਝਾਉਂਦੇ ਵੀ ਤੁਸੀਂ ਇਹ ਬ੍ਰਹਮ ਵਿਦਿਆ ਵੀ ਸਿੱਖੋ, ਇਹ ਬ੍ਰਹਮ ਦਾ ਵੀ ਗਿਆਨ ਲਓ, ਆਪਦੇ ਅੰਦਰ ਦਾ ਵੀ ਗਿਆਨ ਲਓ। ਆ ਕੇ ਜਿਹੜੇ ਸਾਡੇ ਮਨ ਤਪਦੇ ਨੇ ਉਹ ਸਾਡੇ ਤਪਦੇ ਮਨ ਠੰਡੇ ਹੋ ਜਾਣ, ਸ਼ੀਤਲ ਹੋ ਜਾਣ। ਜੇ ਅਸੀਂ ਇਹ ਗਿਆਨ ਨਹੀਂ ਪ੍ਰਾਪਤ ਕਰਾਂਗੇ, ਇਹ ਸੰਸਾਰ ਦਾ ਜਿਹੜਾ ਇਹ ਸਾਨੂੰ ਪਰਮਾਤਮਾ ਤੋਂ ਹੋਰ ਦੂਰ ਲੈ ਜਾਏਗਾ। ਭਾਈਓ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹਨਾਂ ਨੂੰ ਦੋਵਾਂ ਨੂੰ ਪੈਰਲਲ ਰੱਖ ਕੇ ਚੱਲੋ, ਕਰਮ ਅਤੇ ਧਰਮ। ਜੇ ਅਸੀਂ ਦੋਨਾਂ ਨੂੰ ਬਰਾਬਰ ਰੱਖ ਕੇ ਚੱਲਾਂਗੇ ਇਹ ਸਾਡੇ ਮਨ ਦਾ ਸੰਤੁਲਨ ਨਹੀਂ ਵਿਗੜੇਗਾ, ਅਸੀਂ ਮਨਮੁਖ ਨਾਸਤਕ ਨਹੀਂ ਹੋਵਾਂਗੇ। ਆਈਓ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ ਕਰਮ ਧਰਮ ਦੋਏ ਕਾਰ ਚਲਾਵੇ, ਬਈ ਇਹ ਕਰਮ ਅਤੇ ਧਰਮ ਦੋਵੇਂ ਪੈਰਲਲ ਰੱਖ ਕੇ ਚੱਲੋ ਬਰਾਬਰ। ਔਰ ਅਸੀਂ ਕੀ ਕੀਤਾ ਵੀ ਅਸੀਂ ਧਰਮ ਨੂੰ ਛੱਡ ਦਿੱਤਾ ਹੈ, ਅਸੀਂ ਕਰਮ ਨੂੰ ਜ਼ਿਆਦਾ ਪਹਿਲ ਦੇ ਦਿੱਤੀ, ਕਰਮ ਨੂੰ ਜ਼ਿਆਦਾ ਅਹਿਮੀਅਤ ਦੇ ਦਿੱਤੀ। ਸਾਡੇ ਕਰਮ ਹੀ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ। ਮਹਾਰਾਜ ਕਹਿੰਦੇ ਕਿਰਤ ਕਰਮ ਕੀ ਵਿਛੜੀ, ਕਰ ਕਿਰਪਾ ਮੇਲੋ ਰਾਮ। ਬਈ ਇਹ ਕਿਰਤ ਕਰਕੇ ਕਰਮ ਕਰਕੇ ਅਸੀਂ ਮਾਲਕ ਤੋਂ ਵਿਛੜ ਗਏ ਹਾਂ, ਕਿਉਂਕਿ ਇਹਨੂੰ ਅਸੀਂ ਬਹੁਤ ਜ਼ਿਆਦਾ ਦ੍ਰਿੜ ਕਰ ਲਈ। ਔਰ ਸ਼ੁਰੂ ਤੋਂ ਹੀ ਅਸੀਂ ਸੰਸਾਰ ਦਾ ਜੋ ਗਿਆਨ ਇਹ ਅਸੀਂ ਇੰਨਾ ਦ੍ਰਿੜ ਕਰ ਲੈਂਦੇ ਵੀ ਇਹਨੂੰ ਕਰਦੇ ਕਰਦੇ ਦ੍ਰਿੜ ਸਾਨੂੰ ਪੂਰਾ ਪਰਪੱਕ ਹੋ ਜਾਂਦਾ। ਆਪਦੀ ਮੱਤ ਜਿਹੜੀ ਉਹ ਅਸੀਂ ਬਹੁਤ ਦ੍ਰਿੜ ਕਰ ਲੈਂਦੇ ਹਾਂ। ਹੁਣ ਜਦੋਂ ਸਾਨੂੰ ਆਪਦੀ ਮੱਤ ਦ੍ਰਿੜ ਹੋ ਗਈ, ਹੁਣ ਗੁਰੂ ਦੀ ਮੱਤ ਲੈਣੀ ਓਨੀ ਔਖੀ ਹੈ। ਅੱਗੇ ਸਭ ਤੋਂ ਵੱਡੀ ਰੁਕਾਵਟ ਹੀ ਸਾਡੇ ਵਿੱਚ ਹੀ ਖੜੀ ਹੈ, ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਸਿਆਣਪ। ਇਹ ਬ੍ਰਹਮ ਦਾ ਗਿਆਨ ਜੇ ਅਸੀਂ ਲੈਣਾ ਚਾਹੁੰਦੇ ਹਾਂ ਇਹ ਸਾਨੂੰ ਆਪਦੀ ਮੱਤ ਛੱਡਣੀ ਪੈਂਦੀ। ਜੋ ਮਹਾਰਾਜ ਸਾਨੂੰ ਸਮਝਾਉਂਦੇ ਮਨ ਕੀ ਮੱਤ ਤੇ ਆਗੋ ਹਰ ਜਨ, ਇਹ ਬਾਤ ਕਠੈਨੀ। ਬਈ ਆਪਣੀ ਮੱਤ ਹੈ ਜਿਹੜੀ ਇਹਨੂੰ ਛੱਡੋ। ਨਾਲ ਹੀ ਕਹਿੰਦੇ ਵੀ ਕਠਨ ਹੈ, ਛੱਡਣੀ ਔਖੀ ਹੈ। ਕਿਉਂ ਔਖੀ? ਕਿਉਂਕਿ ਅਸੀਂ ਇਹਨੂੰ ਬਹੁਤ ਜ਼ਿਆਦਾ ਦ੍ਰਿੜ ਕਰ ਲਿਆ, ਇਹਨੂੰ ਅਸੀਂ ਇੰਨਾ ਪਰਪੱਕ ਕਰ ਲਏ ਵੀ ਹੁਣ ਸਾਨੂੰ ਗੁਰੂ ਦੀ ਜਿਹੜੀ ਦੱਸੀ ਹੋਈ ਕਾਰ ਉਹ ਸਾਨੂੰ ਕਰਨੀ ਔਖੀ ਲੱਗਦੀ, ਕਿਉਂਕਿ ਅਸੀਂ ਆਪਦੀ ਮੱਤ ਦੁਆਰਾ ਕਰਮ ਨੂੰ ਦ੍ਰਿੜ ਕਰ ਲਿਆ। ਸਾਨੂੰ ਗੁਰਬਾਣੀ ਗੁਰੂ ਜੋ ਸਾਨੂੰ ਪਰਮਾਤਮਾ ਨਿਰੰਕਾਰ ਦਾ ਭੇਦ ਦਿੰਦੇ, ਸਾਨੂੰ ਕਹਿੰਦੇ ਵੀ ਤੁਸੀਂ ਚਿੰਤਾ ਨਾ ਕਰੋ, ਫਿਕਰ ਨਾ ਕਰੋ। ਬਈ ਉਹ ਚਿੰਤਾ ਫਿਕਰ ਕਰਤੇ ਨੂੰ ਮਾਲਕ ਨੂੰ, ਪਰ ਸਾਡਾ ਮਨ ਨਹੀਂ ਮੰਨਦਾ, ਕਿਉਂਕਿ ਸਾਨੂੰ ਇਹ ਮੱਤ ਆਪਦੀ ਇੰਨੀ ਦ੍ਰਿੜ ਹੋ ਗਈ ਹੈ, ਸਾਨੂੰ ਇਹ ਭਰੋਸਾ ਹੀ ਨਹੀਂ ਰਿਹਾ ਪਰਮਾਤਮਾ 'ਤੇ ਵੀ ਉਹ ਕਰੇਗਾ। ਸਾਨੂੰ ਆਪਣੇ ਆਪੇ 'ਤੇ ਵੀ ਅਸੀਂ ਕਰਾਂਗੇ ਅਤੇ ਸਾਤੋਂ ਹੁੰਦਾ ਵੀ ਨਹੀਂ। ਅਸੀਂ ਔਖੇ ਵੀ ਹੋਈ ਜਾਂਦੇ ਹਾਂ ਅਤੇ ਜੋ ਅਸੀਂ ਚਾਹੁੰਦੇ ਹਾਂ ਉਵੇਂ ਹੁੰਦਾ ਵੀ ਨਹੀਂ, ਕਿਉਂਕਿ ਸਾਡੀ ਮੱਤ ਨਹੀਂ ਚੱਲਣੀ, ਸਾਡੀ ਮੱਤ ਦੁਬਾਰਾ ਨਹੀਂ ਹੋਣਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਬਈ ਜੀਵ ਦਾ ਬੋਲਣਾ ਜਿਹੜਾ ਉਹ ਝੱਖ ਮਾਰਨਾ। ਜਿਵੇਂ ਸੰਸਾਰ 'ਚ ਜੀਵ ਦੁੱਖਾਂ ਨੂੰ ਨਹੀਂ ਮੰਗਦਾ, ਉਹ ਦੁੱਖਾਂ ਨੂੰ ਛੱਡ ਕੇ ਸੁੱਖਾਂ ਦੇ ਪਿੱਛੇ ਦੌੜਦਾ, ਸੁੱਖ ਮੰਗਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਮੰਗਿਆ ਹੋਇਆ ਉਹ ਸਾਨੂੰ ਮਿਲਦਾ ਤਾਂ ਹੈ ਨਹੀਂ।
ਕਿਉਂਕਿ ਅਸੀਂ ਆਪਦੀ ਮੱਤ ਦੁਆਰਾ ਮੰਗਦੇ ਹਾਂ ਸੁੱਖ, ਇਹ ਉਹ ਸੁੱਖ ਸਾਨੂੰ ਮਿਲਦਾ ਨਹੀਂ ਆਪਦੀ ਮੱਤ ਦੁਆਰਾ। ਉਹ ਸੁੱਖ ਸਾਨੂੰ ਮਿਲਣਾ ਗੁਰੂ ਦੀ ਮੱਤ ਲੈ ਕੇ। ਇਸ ਲਈ ਮਹਾਰਾਜ ਕਹਿੰਦੇ ਨਾਨਕ ਬੋਲਣ ਝਕਣਾ, ਸੁੱਖ ਦੁੱਖ ਸਾਡੇ ਮੰਗੀਏ ਸੁੱਖ। ਬਈ ਦੁੱਖਾਂ ਨੂੰ ਛੱਡ ਕੇ ਜੀਵ ਸੁੱਖਾਂ ਦੇ ਪਿੱਛੇ ਦੌੜਦਾ ਅਤੇ ਸੁੱਖ ਮੰਗਦਾ। ਇਹ ਮਹਾਰਾਜ ਕਹਿੰਦੇ ਵੀ ਇਹ ਬੋਲਣਾ ਸਾਡਾ ਝੱਕ ਮਾਰਨਾ ਵਿਅਰਥ, ਕਿਉਂਕਿ ਸਾਡੇ ਮਨ ਵਾਸਤੇ ਦੋ ਕੱਪੜੇ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਈ ਮਨੁੱਖ। ਸਮਾਂ ਹੈ ਜਿਹੜਾ ਉਹ ਇੱਕੋ ਜਿਹਾ ਨਹੀਂ ਰਹਿੰਦਾ ਹਰ ਸਮੇਂ। ਇਹ ਸੰਸਾਰ ਦੇ ਵਿੱਚ ਇਹ ਚੱਲਦਾ ਰਹਿੰਦਾ ਦੁੱਖ ਸੁੱਖ। ਹੁਣ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਜੇ ਤੁਸੀਂ ਸਦਾ ਸੁਖੀ ਹੋਣਾ ਚਾਹੁੰਦੇ ਹੋ, ਸਦਾ ਸੁੱਖ ਭਾਲਦੇ ਹੋ, ਫਿਰ ਤੁਸੀਂ ਇਹ ਮਾਇਆ ਤੋਂ ਉੱਪਰ ਉੱਠੋ, ਤ੍ਰੈ ਗੁਣਾਂ ਤੋਂ ਉੱਪਰ ਉੱਠੋ। ਕਿਉਂਕਿ ਜਦ ਤੱਕ ਅਸੀਂ ਤ੍ਰੈ ਗੁਣਾਂ ਦੇ ਵਿੱਚ ਰਵਾਂਗੇ, ਮਾਇਆ ਦੇ ਵਿੱਚ ਰਵਾਂਗੇ, ਇਹ ਮਾਇਆ ਸਾਡੇ ਮਨ ਨੂੰ ਸਾੜਦੀ ਰਹੇਗੀ, ਮਾਇਆ ਸਾਡੇ ਮਨ ਨੂੰ ਦੁੱਖ ਦਿੰਦੀ ਰਹੇਗੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸਾਡਾ ਜਿਹੜਾ ਜੀੜਾ, ਸਾਡਾ ਮਨ, ਉਹ ਦਿਨ ਰਾਤ ਤਪ ਰਿਹਾ ਇਹ ਅੱਗ ਦੇ ਵਿੱਚ, ਇਹ ਭੱਠੀ ਦੇ ਵਿੱਚ, ਮਾਇਆ ਦੇ ਵਿੱਚ। ਮਹਾਰਾਜ ਕਹਿੰਦੇ ਜੀੜਾ ਅਗਨ ਬਰਾਬਰ ਤਪੇ, ਵੀ ਅੱਗ ਦੇ ਬਰਾਬਰ ਤਪਦਾ। ਕਿਉਂ ਤਪ ਰਿਹਾ? ਕਿਉਂਕਿ ਇਹ ਸਾਡਾ ਮਨ ਮਾਇਆ ਦੇ ਵਿੱਚ ਬੈਠੇ, ਇਹ ਮਾਇਆ ਅਗਨ ਹੈ, ਇਹ ਅਗਨ ਸਾਡੇ ਮਨ ਨੂੰ ਸਾੜਦੀ ਹੈ, ਸਾਡੇ ਮਨ ਨੂੰ ਤਪਾਉਂਦੀ ਹੈ। ਹੁਣ ਇਹ ਅਗਨ ਕੀ ਹੈ? ਸਭ ਤੋਂ ਪਹਿਲਾਂ ਸਾਡਾ ਜਿਹੜਾ ਪਰਿਵਾਰ, ਕੁਟੁੰਬ, ਇਹ ਅਗਨ, ਇਹ ਅਗਨ ਤੋਂ ਅਸੀਂ ਫਿਰ ਬਚ ਸਕਦੇ ਜੇ ਅਸੀਂ ਇਹ ਬ੍ਰਹਮ ਵਿਦਿਆ ਲਈ ਹੋਏਗੀ। ਜੇ ਅਸੀਂ ਇਹ ਬ੍ਰਹਮ ਦਾ ਗਿਆਨ ਲਿਆ ਤਾਂ ਫਿਰ ਅਸੀਂ ਅੱਗ ਤੋਂ ਬਚਾਂਗੇ, ਨਹੀਂ ਤਾਂ ਇਹ ਅੱਗ ਸਾਨੂੰ ਸਾੜ ਦੇਗੀ। ਪਹਿਲਾਂ ਸਾਡਾ ਪਰਿਵਾਰ, ਕੁਟੁੰਬ ਅਗਨ, ਫਿਰ ਅੱਗੇ ਸੰਸਾਰ ਅਗਨ। ਹੁਣ ਇਹ ਮਨ ਨੇ ਅਗਿਆਨਤਾ ਦੇ ਵਿੱਚ ਇਹ ਅੱਗ ਦੇ ਨਾਲ ਪਾ ਲਿਆ ਪਿਆਰ, ਹੁਣ ਇਹ ਅੱਗ ਨੂੰ ਤਪਾਉਂਦੀ, ਇਹਨੂੰ ਸਾੜਦੀ ਹੈ। ਮਹਾਰਾਜ ਕਹਿੰਦੇ ਅਗਨ ਕੁਟੁੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਬਈ ਸਾਡਾ ਮਨ ਭਰਮ 'ਚ ਪੈ ਕੇ ਹੁਣ ਇਹ ਤਾਂ ਤਪ ਰਿਹਾ, ਤਾਂ ਇਹ ਸੜਦਾ, ਤਾਂ ਇਹ ਦੁਖੀ ਹੋ ਰਹੀ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਬਈ ਜੇ ਤੁਸੀਂ ਸੁੱਖ ਲੈਣਾ ਅਤੇ ਫਿਰ ਤੁਸੀਂ ਸਤ ਸੰਗਤ 'ਚ ਆਓ। ਸਤ ਸੰਗਤ 'ਚ ਆ ਕੇ ਤੁਸੀਂ ਇਹ ਬ੍ਰਹਮ ਦਾ ਗਿਆਨ ਲਓ ਵੀ ਸਾਨੂੰ ਕੀ ਸਤਿਗੁਰੂ ਸਮਝਾ ਰਹੇ, ਇਹੀਓ ਤਾਂ ਸਾਨੂੰ ਸਾਰਾ ਭੇਦ ਦੇ ਰਹੇ। ਹੁਣ ਜੀਵ ਜਾਂਦੇ ਤੀਰਥਾਂ 'ਤੇ ਵੀ ਜਾਂਦੇ, ਇਹ ਤੀਰਥਾਂ 'ਤੇ ਜਾਣ ਦਾ ਸਾਨੂੰ ਤਾਂ ਲਾਭ ਹੈ ਜੇ ਸਾਨੂੰ ਉੱਥੇ ਗਿਆਨ ਨੂੰ ਸੰਤ ਮਿਲਣ। ਜੇ ਤੀਰਥ 'ਤੇ ਜਾ ਕੇ ਸਾਨੂੰ ਸੰਤ ਦਾ ਸੰਗ ਨਹੀਂ ਹੁੰਦਾ ਤਾਂ ਅਸੀਂ ਉੱਥੋਂ ਜਾ ਕੇ ਵੀ ਮੈਲ ਹੋਰ ਚੜ੍ਹਾ ਕੇ ਆ ਜਾਂਦੇ ਆਪਦੇ ਵਿੱਚ। ਆਇਓ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ ਇਸ ਕਲਮੇ ਮੈਲ ਭਰੀਜੇ। ਬਈ ਕਲਯੁੱਗ ਦੇ ਵਿੱਚ ਜੀਵ ਕਰੋੜਾਂ ਵਾਰੀ ਜਾਇਆ ਵੀ ਤੀਰਥਾਂ 'ਚ, ਉੱਥੇ ਜੇ ਜਾ ਕੇ ਸਾਨੂੰ ਸੰਤਾਂ ਦਾ ਸੰਗ ਨਹੀਂ ਹੁੰਦਾ, ਸਾਧੂ ਨਹੀਂ ਮਿਲਦੇ ਜਿਹੜੇ ਸਾਨੂੰ ਇਹ ਬ੍ਰਹਮ ਦਾ ਗਿਆਨ ਦੇਣ, ਜਿਹੜੇ ਸਾਨੂੰ ਇਹ ਕਥਾ ਕਹਾਣੀ ਸੁਣਾਉਣ, ਅਤੇ ਉੱਥੇ ਜਾ ਕੇ ਵੀ ਅਸੀਂ ਮੈਲ ਹੋਰ ਚੜ੍ਹਾ ਕੇ ਆ ਜਾਂਦੇ ਆਪਦੇ ਉੱਥੇ, ਸਾਡੀ ਮੈਲ ਉਤਰਦੀ ਵੀ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਮੈਲ ਕਿਵੇਂ ਉਤਰੇ? ਕਹਿੰਦੇ ਸਾਧ ਸੰਗਤ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਬਈ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਆ ਕੇ ਸਿਮਰਨ ਕਰਦੇ ਹਾਂ, ਇੱਕ ਜਾਣਾ ਸ਼ਬਦ ਦੀ ਵਿਚਾਰ ਕਰਦਾ, ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਜਿਹੜਾ ਮਨ ਤਪਦਾ, ਉਹ ਤਪਦਾ ਮਨ ਠੰਡਾ ਹੁੰਦਾ, ਕਿਉਂਕਿ ਇਹ ਅੰਮ੍ਰਿਤਮਈ ਵਚਨ ਹੁੰਦੇ। ਸੰਤਾਂ ਦੀ ਰਸਨਾ ਅਤੇ ਸਾਧੂਆਂ ਦੀ ਰਸਨਾ 'ਤੇ ਵਾਹਿਗੁਰੂ ਆਪ ਵਸਦਾ, ਉਹ ਆਪ ਬੋਲਦਾ ਉਹਨਾਂ ਦੇ ਮੁੱਖ ਰਾਹੀਂ।
ਤੇ ਉਹ ਬਚਨਾਂ ਦੀ ਧੂੜੀ ਜਦੋਂ ਸਾਡੇ ਹਿਰਦੇ 'ਤੇ ਪੈਂਦੀ, ਸਾਡੇ ਤਪਦੇ ਮਨ 'ਤੇ ਪੈਂਦੀ, ਤੇ ਇਹ ਤਪਦਾ ਮਨ ਸਾਡਾ ਠੰਡਾ ਹੋ ਜਾਂਦਾ। ਇਸ ਲਈ ਮਹਾਰਾਜ ਫਰਮਾਉਂਦੇ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਵੀ ਮਾਲਕ ਕਿੱਥੇ ਵਸਦਾ? ਸਾਧੂਆਂ ਦੀ ਰਸਨਾ 'ਤੇ, ਉਹਨਾਂ ਦੇ ਮੁਖ ਰਾਹੀਂ ਬੋਲਦਾ, ਉਹਨਾਂ ਦੀ ਦ੍ਰਿਸ਼ਟੀ ਦਾ ਆਪ ਇਸਤੇਮਾਲ ਕਰਦਾ। ਜਦੋਂ ਉਹ ਦ੍ਰਿਸ਼ਟੀ ਸਾਡੇ 'ਤੇ ਪੈਂਦੀ ਅੰਮ੍ਰਿਤਮਈ, ਉਹਦੇ ਨਾਲ ਸਾਡੇ ਮਨ ਦੀ ਮੈਲ ਉਤਰ ਜਾਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਕਲਯੁਗ ਦੇ ਸਮੇਂ ਦੇ ਵਿੱਚ ਅਸੀਂ ਫੇਰ ਤਰ ਸਕਦੇ, ਜੇ ਸਾਨੂੰ ਸਾਧ ਸੰਗਤ ਮਿਲੇ, ਇਹ ਸਾਧ ਸੰਗਤ 'ਚ ਆ ਕੇ ਅਸੀਂ ਇਹ ਬ੍ਰਹਮ ਵਿਦਿਆ, ਬ੍ਰਹਮ ਦਾ ਗਿਆਨ ਲਈਏ, ਤੇ ਫਿਰ ਸਾਡੇ ਮਨ ਠੰਡੇ ਹੋਣ। ਨਹੀਂ ਤਾਂ ਇਹ ਸੰਸਾਰ ਦੇ ਵਿੱਚ ਹੋਰ ਕੋਈ ਸਾਧਨ ਨਹੀਂ ਬਈ ਅਸੀਂ ਸੁਖੀ ਹੋ ਸਕੀਏ। ਭਾਈਆਂ ਆਪਾਂ ਸੰਸਾਰ 'ਚ ਹੁਣ ਦੇਖਦੇ ਹਾਂ ਬਈ ਸੰਸਾਰੀ ਵਿਦਿਆ ਤਾਂ ਜੀਵ ਪੜ੍ਹਦੇ, ਸੰਸਾਰ ਦੀ ਪੜ੍ਹਾਈ ਤਾਂ ਕਰਦੇ, ਆਹ ਵਿਦਿਆ ਨਾ ਪੜ੍ਹਨ ਕਰਕੇ, ਨਾ ਸਾਨੂੰ ਆਪ ਗਿਆਨ ਹੋਣ ਕਰਕੇ, ਨਾ ਸਤ ਸੰਗਤ ਕਰਨ ਕਰਕੇ ਬਈ ਜੀਵਾਂ ਦੇ ਜਿਹੜੇ ਮਨ ਉਹ ਹੋਰ ਦੁਖੀ ਹੋ ਰਹੇ। ਅਤੇ ਜਦੋਂ ਉਹ ਦੁਖੀ ਹੋ ਰਹੇ ਤੇ ਗਾਂਹ ਅੱਗੇ ਵੀ ਦੁੱਖ ਪੈਦਾ ਕਰ ਰਹੇ। ਜਿਵੇਂ ਹੁਣ ਆਪਾਂ ਬੱਚਿਆਂ ਨੂੰ ਸੰਸਾਰ ਦੀ ਪੜ੍ਹਾਈ ਕਰਾਉਂਦੇ, ਜੇ ਅਸੀਂ ਇਕੱਲੀ ਸੰਸਾਰ ਦੀ ਪੜ੍ਹਾਈ ਹੋਈ ਉਹਨਾਂ ਨੂੰ ਕਰਾਈ ਆ, ਬ੍ਰਹਮ ਵਿਦਿਆ ਨਾ ਕਰਾਈ, ਤੇ ਉਹਨਾਂ ਨੇ ਮਨਮੁਖ ਹੋ ਜਾਣਾ, ਉਹਨਾਂ ਨੇ ਨਾਸਤਕ ਹੋ ਜਾਣਾ। ਜਦੋਂ ਮਨਮੁਖ ਹੋਣਗੇ, ਇਹ ਆਪ ਵੀ ਦੁਖੀ ਹੋਣਗੇ, ਤੇ ਨਾਲ ਅੱਗੇ ਮਾਂ ਪਿਓ ਵੀ ਦੁਖੀ ਹੋਣਗੇ ਉਹਨਾਂ 'ਚ। ਔਰ ਇਸੇ ਕਰਕੇ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਇਹ ਸਾਰਾ ਭੇਜ ਦਿੱਤਾ ਹੈ ਵੀ ਤੁਸੀਂ ਆਪ ਸਤ ਸੰਗਤ ਕਰੋ, ਆਪ ਤੁਸੀਂ ਇਹ ਬ੍ਰਹਮ ਵਿਦਿਆ ਲਵੋ, ਅਤੇ ਅੱਗੇ ਆਪਦੇ ਬੱਚਿਆਂ ਨੂੰ ਵੀ ਇਹ ਬ੍ਰਹਮ ਦਾ ਗਿਆਨ ਦਿਵਾਓ। ਬਈ ਜੇ ਉਹਨਾਂ ਨੂੰ ਇਹ ਬ੍ਰਹਮ ਦਾ ਗਿਆਨ ਹੋਏਗਾ ਤਾਂ ਉਹ ਕਿਸੇ ਨਾਲ ਲੜਨਗੇ, ਉਹ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਗੇ, ਕਿਸੇ ਨਾਲ ਈਰਖਾ ਨਫ਼ਰਤ ਨਹੀਂ ਕਰਨਗੇ, ਕਿਉਂਕਿ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਪਿਆਰ ਹੀ ਪਿਆਰ ਸਿਖਾਇਆ ਜਾਂਦਾ। ਇਹਨੂੰ ਸੰਤ ਮਾਰਗ ਕਹਿੰਦੇ। ਸੰਤ ਮਾਰਗ 'ਤੇ ਚੱਲਦੇ ਹੋਏ ਆਪਾਂ ਨੂੰ ਸਮਝਾਇਆ ਜਾਂਦਾ ਵੀ ਪਰਮਾਤਮਾ ਦੇ ਦੋ ਰੂਪ ਨੇ, ਇੱਕ ਨਿਰਗੁਣ ਅਤੇ ਦੂਸਰਾ ਸਰਗੁਣ। ਇਹ ਮਾਲਕ ਦੇ ਦੋਵੇਂ ਹੀ ਰੂਪ ਆਪਣੇ ਸਾਹਮਣੇ। ਨਿਰਗੁਣ ਕਹਿੰਦੇ ਖਾਲੀ ਖਲਾ ਨੂੰ, ਇੱਥੋਂ ਸਾਨੂੰ ਨਿਰਗੁਣ 'ਚੋਂ ਸਵਾਸ ਦੇ ਕੇ ਮਾਲਕ ਜਿਉਂਦਾ ਰੱਖ ਰਹੇ। ਮਾਰੇ ਕਹਿੰਦੇ ਆਪੇ ਕਰਤਾ ਕਰ ਘਰ ਵੇਖੇ ਦਿੰਦਾ ਸਾਸ ਗਿਰਾਹਾ ਹੈ। ਇਹ ਦੂਸਰਾ ਪਰਮਾਤਮਾ ਦਾ ਰੂਪ ਹੈ ਸਰਗੁਣ। ਸਰਗੁਣ ਕਹਿੰਦੇ ਆਕਾਰਾਂ ਨੂੰ, ਸਰੀਰਾਂ ਨੂੰ ਮਾਲਕ ਦਾ ਸਰਗੁਣ ਰੂਪ ਆਖੀ। ਹਾਲੇ ਨਿਰਗੁਣ ਦੇ ਵਿੱਚੋਂ ਹੀ ਪਰਮਾਤਮਾ ਨੇ ਆਪਣਾ ਸਰਗੁਣ ਰੂਪ ਪ੍ਰਗਟ ਕੀਤਾ। ਮਹਾਰਾਜ ਆਪਾਂ ਨੂੰ ਸਮਝਾਉਂਦੇ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਬਈ ਇਹ ਪਰਮਾਤਮਾ ਦੇ ਦੋ ਰੂਪ ਨੇ, ਨਿਰਗੁਣ ਅਤੇ ਸਰਗੁਣ। ਸਰਗੁਣ ਸਭ ਦੇ ਅੰਦਰ ਬੈਠਾ ਹੈ, ਇਹ ਨਿਰਗੁਣ ਵੀ ਸਾਹਮਣੇ ਸਾਨੂੰ ਸਵਾਸ ਦੇ ਰਿਹਾ, ਹਰ ਥਾਂ 'ਤੇ ਮੌਜੂਦ ਸੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਇਹਦੇ ਨਾਲ ਲੜਨਾ ਤਾਂ ਦੂਰ ਦੀ ਗੱਲ, ਵੀ ਇਹਨੂੰ ਫਿੱਕਾ ਬੋਲ ਨਾ ਬੋਲੋ, ਇਹਨੂੰ ਮਾੜਾ ਬੋਲ ਨਾ ਬੋਲੋ, ਕਿਉਂਕਿ ਇਹਦੇ ਅੰਦਰ ਵਾਹਿਗੁਰੂ ਵਸਦਾ। ਹੁਣ ਇਹਦਾ ਭੇਦ ਸਾਨੂੰ ਫੇਰ ਆਉਂਦਾ ਜਦੋਂ ਸਾਨੂੰ ਇਹ ਬ੍ਰਹਮ ਦਾ ਗਿਆਨ ਹੁੰਦਾ, ਜਦੋਂ ਅਸੀਂ ਇਹ ਬ੍ਰਹਮ ਵਿਦਿਆ ਲਵਾਂਗੇ, ਫਿਰ ਸਾਨੂੰ ਪਤਾ ਲੱਗਦਾ ਵੀ ਇਹ ਜਿਹੜਾ ਸਰੀਰ ਇਹ ਹਰੀ ਦਾ ਮੰਦਰ ਹੈ, ਵੀ ਇਹਦੇ ਵਿੱਚ ਮਾਲਕ ਆਪ ਵਸਦਾ ਹੈ। ਮਾਰੇ ਫਰਮਾਉਂਦੇ ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਬਈ ਜਦੋਂ ਸਾਨੂੰ ਇਹ ਗਿਆਨ ਹੁੰਦਾ, ਗਿਆਨ ਨੂੰ ਰਤਨ ਕਹਿੰਦੇ, ਤੇ ਫਿਰ ਪਤਾ ਲੱਗਦਾ ਵੀ ਇਹ ਹਰੀ ਦਾ ਮੰਦਰ ਹੈ, ਵੀ ਇਹਦੇ ਵਿੱਚ ਪਰਮਾਤਮਾ ਬੋਲ ਰਿਹਾ, ਇਹਦੇ ਵਿੱਚ ਮਾਲਕ ਬੋਲ ਰਿਹਾ। ਇਹਦੇ ਨਾਲ ਲੜੋ ਨਾ, ਇਹਦੇ ਨਾਲ ਝਗੜਾ ਨਾ ਕਰੋ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਅਮਰਦਾਸ ਜੀ ਵੀ ਰੋਜ਼ ਸਮਝਾਉਂਦੇ ਬਈ ਇਹ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਆਪ ਬੋਲ ਰਹੇ। ਜਦੋਂ ਅੰਤਰਮੁਖੀ ਹੋਏ, ਅੰਦਰ ਗਏ, ਮਾਲਕ ਦੀ ਆਵਾਜ਼ ਨੂੰ ਸੁਣਿਆ,
ਮਾਲਕ ਨਾਲ ਮਿਲਾਪ ਕੀਤਾ ਅਤੇ ਉਹਨਾਂ ਦੇ ਮਨ 'ਚ ਇੰਨਾ ਚਾਅ ਪੈਦਾ ਹੋਇਆ ਅਤੇ ਆਪਾਂ ਨੂੰ ਚਾਅ ਦੇ ਵਿੱਚ ਦੱਸਣ ਲੱਗੇ। ਮਾਰੇ ਫਰਮਾਉਂਦੇ ਮਨ ਚਾਉ ਭਇਆ ਪ੍ਰਭ ਅਗੰਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣੇ। ਵੀ ਇਹ ਜਿਹੜਾ ਗ੍ਰਹਿ ਇਹ ਤਾਂ ਹਰੀ ਦਾ ਮੰਦਰ ਹੈ, ਇਹਦੇ ਵਿੱਚ ਮਾਲਕ ਆਪ ਵੱਸਦਾ, ਆਪ ਬੋਲ ਰਿਹਾ ਪਰਮਾਤਮਾ। ਹੁਣ ਜਦੋਂ ਸਾਨੂੰ ਇਹ ਗਿਆਨ ਹੋ ਜਾਏਗਾ ਵੀ ਇਹਦੇ ਵਿੱਚ ਪਰਮਾਤਮਾ ਵੱਸਦਾ ਅਤੇ ਅਸੀਂ ਲੜਾਂਗੇ, ਅਸੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਾਂਗੇ, ਅਸੀਂ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਾਂਗੇ, ਮਾੜਾ ਨਹੀਂ ਬੋਲਾਂਗੇ, ਵੀ ਇਹਦੇ ਵਿੱਚ ਮਾਲਕ ਵੱਸਦਾ, ਇਹ ਪਰਮਾਤਮਾ ਦਾ ਹੀ ਅਸੀਂ ਸਿਮਰਨ ਕਰ ਰਹੇ ਹਾਂ ਅਤੇ ਉਹਨੂੰ ਹੀ ਮਿਲਣਾ ਚਾਹੁੰਦੇ ਹਾਂ। ਅਤੇ ਜੇ ਉਹਨੂੰ ਹੀ ਫਿੱਕੇ ਬੋਲ ਬੋਲਾਂਗੇ, ਮਾੜਾ ਬੋਲ ਬੋਲਾਂਗੇ, ਉਹਦੇ ਨਾਲ ਹੀ ਝਗੜਾ ਕਰਾਂਗੇ ਅਤੇ ਫਿਰ ਮਿਲਣਾ ਕਿਹਨੂੰ? ਫਿਰ ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇਹ ਪ੍ਰੇਮ ਹੀ ਪ੍ਰੇਮ ਸਿਖਾਇਆ। ਇਸ ਕਰਕੇ ਇਹ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ ਹਾਂ, ਇਹ ਸਾਨੂੰ ਬ੍ਰਹਮ ਦਾ ਗਿਆਨ ਹੋਏਗਾ ਅਤੇ ਸਾਡੇ ਹਿਰਦੇ 'ਚ ਪ੍ਰੇਮ ਪ੍ਰਗਟ ਹੁੰਦਾ। ਆਈਓ ਫਿਰ ਜਿਹੜੇ ਗੁਰਮੁਖ ਜਾਗ ਪੈਂਦੇ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ, ਉਹ ਕਦੇ ਕਿਸੇ ਨਾਲ ਲੜਨਗੇ ਨਹੀਂ, ਉਹ ਕਦੇ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਗੇ, ਕਦੇ ਈਰਖਾ ਨਹੀਂ ਕਰਨਗੇ, ਨਫ਼ਰਤ ਨਹੀਂ ਕਰਨਗੇ, ਉਹ ਕਿਸੇ ਨੂੰ ਫਿੱਕੇ ਬੋਲ ਨਹੀਂ ਬੋਲਣਗੇ, ਉਹ ਕਿਸੇ ਦਾ ਕਦੇ ਵੀ ਮਨ ਨਹੀਂ ਦਿਖਾਉਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹਦੇ ਵਿੱਚ ਮਾਲਕ ਵੱਸਦਾ, ਪਰਮਾਤਮਾ ਵੱਸਦਾ। ਹੁਣ ਅਸੀਂ ਲੜਾਈਆਂ ਝਗੜੇ ਉਦੋਂ ਕਰਦੇ ਹਾਂ, ਵੈਰ ਵਿਰੋਧ ਉਦੋਂ ਕਰਦੇ ਹਾਂ ਜਦੋਂ ਸਾਨੂੰ ਇਹ ਭੇਤ ਨਹੀਂ, ਸਾਨੂੰ ਇਹ ਸੋਝੀ ਨਹੀਂ। ਹੁਣ ਇਹ ਭੇਦ ਸਾਨੂੰ ਕਾਹਤੋਂ ਨਹੀਂ ਆ ਰਿਹਾ? ਕੀ ਕਾਰਨ ਹੈ? ਗੁਰਬਾਣੀ ਤਾਂ ਕਿੰਨੇ ਲੋਕ ਪੜ੍ਹਦੇ, ਬਹੁਤ ਜੀਵ ਨੇ ਜਿਹੜੇ ਪੜ੍ਹ ਰਹੇ। ਹੁਣ ਮਹਾਰਾਜ ਦੱਸਦੇ ਵੀ ਜਿਉਂ ਅਸੀਂ ਸੁਰਤ ਸੰਭਾਲਦੇ ਹਾਂ, ਪਹਿਲੀ ਕਲਾਸ ਤੋਂ ਲੈ ਕੇ ਜੀਵ ਕਿੰਨਾ ਵੀ ਵੱਡੀਆਂ ਡਿਗਰੀਆਂ ਕਰ ਲਵੇ, ਇਹ ਜਿਹੜੀ ਸੰਸਾਰ ਦੀ ਪੜ੍ਹਾਈ ਹੈ ਇਹਦੇ ਵਿੱਚ ਵਿਆਕਰਨ ਮੁਤਾਬਕ ਚੱਲਦੀ ਹੈ। ਸੰਸਾਰ ਦੀ ਪੜ੍ਹਾਈ ਜਿਹੜੀ ਉਹਦੇ ਵਿੱਚ ਵਿਆਕਰਨ। ਹੁਣ ਜਦੋਂ ਉਹ ਸੰਸਾਰ ਦੀ ਪੜ੍ਹਾਈ ਪੜ੍ਹ ਲੈਂਦਾ ਹੈ ਅਤੇ ਉਹ ਫਿਰ ਗੁਰਬਾਣੀ ਨੂੰ ਵੀ ਇਸੇ ਮੁਤਾਬਕ ਹੀ ਪੜ੍ਹਦਾ, ਵੀ ਜਿਵੇਂ ਉਹਨੇ ਸੰਸਾਰ ਦੀਆਂ ਪੁਸਤਕਾਂ ਪੜ੍ਹੀਆਂ, ਕਿਤਾਬਾਂ ਪੜ੍ਹੀਆਂ, ਉਹ ਗੁਰਬਾਣੀ ਨੂੰ ਵੀ ਉਵੇਂ ਹੀ ਪੜ੍ਹਦਾ। ਉਹ ਸਮਝਦਾ ਵੀ ਮੈਨੂੰ ਗੁਰੂ ਦੀ ਲੋੜ ਨਹੀਂ, ਮੈਨੂੰ ਟੀਚਰ ਦੀ ਲੋੜ ਨਹੀਂ, ਮੈਂ ਪੜ੍ਹਿਆ ਲਿਖਿਆ ਅਤੇ ਮੈਨੂੰ ਕਿਸੇ ਨੂੰ ਪੁੱਛਣ ਦੀ ਕੀ ਲੋੜ ਹੈ, ਵੀ ਮੈਂ ਆਪ ਹੀ ਪੜ੍ਹਿਆ ਲਿਖਿਆ, ਮੈਂ ਆਪ ਹੀ ਪੜ੍ਹ ਲਾਂਗਾ। ਹੁਣ ਜਦੋਂ ਉਹ ਪੜ੍ਹਦਾ ਵਿਆਕਰਨ ਮੁਤਾਬਕ, ਜਿਵੇਂ ਉਹਨੇ ਸੰਸਾਰ ਦੀ ਪੜ੍ਹਾਈ ਕੀਤੀ, ਅਤੇ ਗੁਰਬਾਣੀ ਵਿਆਕਰਨ ਦਾ ਵਿਸ਼ਾ ਨਹੀਂ। ਗੁਰਬਾਣੀ ਗੁਰੂ ਤਾਂ ਸਿੱਧਾ ਸਾਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦੀ। ਇਹ ਚੌਥੇ ਪਦ ਦੀ ਬਾਣੀ। ਗੁਰਬਾਣੀ ਜੋ ਸ਼ੁਰੂ ਹੁੰਦੀ ਹੈ ਉਹ ਨਾਮ ਤੋਂ ਸ਼ੁਰੂ ਹੁੰਦੀ, ਨਿਜ ਪਦ ਤੋਂ, ਚੌਥੇ ਪਦ ਤੋਂ, ਅਗੰਮ ਦੇ ਵਿੱਚੋਂ, ਔਣਮਨ ਪ੍ਰਕਾਸ਼ ਦੇ ਵਿੱਚੋਂ। ਹੁਣ ਸਾਡਾ ਜਿਹੜਾ ਮਨ ਹੈ ਇਹ ਤ੍ਰੈ ਗੁਣਾਂ ਦੇ ਵਿੱਚ, ਭਰਮ ਦੇ ਵਿੱਚ ਸੁੱਤਾ ਹੋਇਆ। ਔਰ ਇਸ ਕਰਕੇ ਗੁਰਬਾਣੀ ਨੂੰ ਕੋਈ ਬਿਰਲਾ ਗੁਰਮੁਖ ਹੀ ਵਿਚਾਰ ਸਕਦਾ, ਜਿਹੜਾ ਆਮਦਨ ਜਾਗਦਾ ਹੋਵੇ, ਜਿਹੜਾ ਚੌਥੇ ਪਦ 'ਚ ਪ੍ਰਵੇਸ਼ ਹੋਇਆ ਹੋਵੇ, ਜਿਹੜਾ ਨਾਮ ਦੇ ਨਾਲ ਜੁੜਿਆ ਹੋਵੇ, ਉਹ ਬਾਣੀ ਦੀ ਵਿਚਾਰ ਕਰ ਸਕਦਾ। ਜਿਹੜਾ ਤ੍ਰੈ ਗੁਣਾਂ ਦੇ ਵਿੱਚ, ਜਿਹਨੇ ਸੰਸਾਰ ਦੀ ਵਿੱਦਿਆ ਪੜ੍ਹੀ ਹੈ, ਜਿਹਦਾ ਮਨ ਸੁੱਤਾ ਹੋਇਆ, ਉਹ ਗੁਰਬਾਣੀ ਨੂੰ ਵੀ ਜਦੋਂ ਪੜ੍ਹੇਗਾ ਉਹ ਤ੍ਰੈ ਗੁਣਾਂ ਦੇ ਵਿੱਚ ਹੀ ਪੜ੍ਹੇਗਾ, ਮਾਇਆ ਦੇ ਵਿੱਚ। ਇਸ ਲਈ ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਬਈ ਜੋ ਗੁਰਬਾਣੀ ਹੈ ਇਹਨੂੰ ਗੁਰਮੁਖ ਵਿਚਾਰ ਸਕਦਾ, ਜਿਹੜਾ ਆਮਦਨ ਜਾਗਦਾ ਹੋਵੇ, ਜਿਹੜਾ ਆਪਦੇ ਘਰ ਗਿਆ, ਜਿਹੜਾ ਚੌਥੇ ਪਦ 'ਚ ਗਿਆ। ਹੁਣ ਆਮ ਜੀਵ ਜਿਹੜਾ ਜਦੋਂ ਗੁਰਬਾਣੀ ਪੜ੍ਹਦਾ, ਉਹ ਤ੍ਰੈ ਗੁਣਾਂ ਦੇ ਵਿੱਚ ਉਹ ਸੁੱਤਾ ਹੋਇਆ, ਭਰਮ ਦੇ ਵਿੱਚ ਸੁੱਤਾ ਹੋਣ ਕਰਕੇ ਜੀਵ ਇੱਧਰ ਕਰਮ ਦੇ ਨਾਲ ਜੁੜਿਆ, ਕਰਮ ਨਾਲ ਬੱਝਿਆ ਹੋਇਆ। ਹੁਣ ਜਦੋਂ ਕਰਮ ਨਾਲ ਬੱਝਿਆ, ਉਹ ਗੁਰਬਾਣੀ ਨੂੰ ਵੀ ਕਰਮ ਦੇ ਨਾਲ ਜੋੜ ਲੈਂਦਾ। ਜਿਵੇਂ ਤੁਸੀਂ ਸੰਸਾਰ 'ਚ ਦੇਖਿਆ ਹੋਣਾ ਵੀ ਕੋਈ ਕਾਰੋਬਾਰ ਸ਼ੁਰੂ ਕਰਨਾ ਅਤੇ ਹੁਕਮਨਾਮਾ ਲੈ ਲਓ ਜੀ, ਵੀ ਕੀ ਹੁਕਮ ਆਉਂਦਾ। ਹੁਣ ਉਹ ਹੁਕਮਨਾਮਾ ਕਾਹਦੇ ਵਾਸਤੇ ਲੈ ਰਹੇ? ਇਹ ਕਰਮ ਦੇ ਵਾਸਤੇ, ਸੰਸਾਰ ਦਾ।
ਤੇ ਉਹਨਾਂ ਨੂੰ ਹੁਕਮ ਦਾ ਭੇਤ ਨਹੀਂ ਵੀ ਹੁਕਮ ਹੈ ਕੀ ਹੈ। ਹੁਕਮ ਤਾਂ ਮਹਾਰਾਜ ਕਹਿੰਦੇ ਇੱਕੋ ਹੀ ਹੈ ਸਾਰਿਆਂ ਵਾਸਤੇ, ਨਾਮ ਜੋ ਸਾਡੇ ਅੰਦਰ ਚੱਲ ਰਿਹਾ ਉਹ ਸਾਡੇ ਸਾਰਿਆਂ ਦੇ ਮਨਾਂ ਵਾਸਤੇ ਹੁਕਮ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਹੁਣ ਜਦੋਂ ਜੀਵ ਤ੍ਰੈ ਗੁਣਾਂ 'ਚ ਫਿਰ ਬਾਣੀ ਨੂੰ ਪੜ੍ਹਦਾ, ਉਹ ਕਿਸੇ ਨਾ ਕਿਸੇ ਮਕਸਦ ਵਾਸਤੇ ਵੀ ਮੇਰਾ ਕਾਰੋਬਾਰ ਵਧੀਆ ਚੱਲੇ, ਸਾਡੇ ਕਾਰੋਬਾਰ 'ਚ ਕੋਈ ਰੁਕਾਵਟ ਨਾ ਪਵੇ, ਉਹਦੀ ਵਿੱਚ ਸੰਸਾਰ ਦੀ ਕੋਈ ਨਾ ਕੋਈ ਮੰਗ ਹੁੰਦੀ। ਗੁਰਬਾਣੀ ਨੂੰ ਜਦੋਂ ਪੜ੍ਹੇਗਾ ਵਿੱਚ ਮੰਗ ਰੱਖ ਕੇ ਪੜ੍ਹੇਗਾ। ਜੇ ਅਸੀਂ ਇਸ ਤਰ੍ਹਾਂ ਗੁਰਬਾਣੀ ਨੂੰ ਪੜ੍ਹਾਂਗੇ ਤਾਂ ਸਾਡਾ ਮਨ ਨਹੀਂ ਟਿਕੇਗਾ, ਸਾਨੂੰ ਸਮਝ ਨਹੀਂ ਆਉਣੀ ਵੀ ਸਾਨੂੰ ਕੀ ਕਹਿ ਰਹੇ ਨੇ। ਇਹ ਜੀਵਾਂ ਨੇ ਕੀ ਕੀਤਾ, ਇਸੇ ਤਰ੍ਹਾਂ ਗੁਰਬਾਣੀ ਗੁਰੂ ਨੂੰ ਤ੍ਰੈ ਗੁਣਾਂ 'ਚ ਪੜ੍ਹਨਾ ਸ਼ੁਰੂ ਕੀਤਾ। ਜਿਹੜੇ ਫਿਰ ਪੜ੍ਹਦੇ ਉਹ ਹਰ ਤੱਤ ਨੂੰ ਨਹੀਂ ਜਾਣਦੇ। ਹਰ ਤੱਤ ਕਹਿੰਦੇ ਨਾਮ ਨੂੰ। ਉਹ ਪੜ੍ਹਦੇ ਜਿਵੇਂ ਉਹਨਾਂ ਨੇ ਸੰਸਾਰ ਦੀ ਪੜ੍ਹਾਈ ਕੀਤੀ, ਜਿਵੇਂ ਸੰਸਾਰ ਦੀਆਂ ਪੁਸਤਕਾਂ ਪੜ੍ਹੀਆਂ, ਵਿਆਕਰਨ ਮੁਤਾਬਕ ਪੜ੍ਹਦੇ ਵੀ ਇਹਨੂੰ ਇੱਥੇ ਇਹਦਾ ਉਚਾਰਨ ਕਰਨਾ, ਇੱਥੇ ਬਿੰਦੀ ਲਾਉਣੀ, ਇੱਥੇ ਟਿੱਪੀ ਲਾਉਣੀ, ਇੱਥੇ ਅੱਧਾ ਕੰਨਾ ਲਾਉਣਾ, ਇੱਥੇ ਆਹ ਕਰਨਾ। ਅਤੇ ਮਹਾਰਾਜ ਕਹਿੰਦੇ ਵੀ ਆਪਦੀ ਮੱਤ ਦੁਆਰਾ ਕਰਦੇ ਹੋਏ ਸਮਾਂ ਬੰਨ ਲੈਂਦੇ ਵੀ ਸਵੇਰੇ ਗੁਰਬਾਣੀ ਨੂੰ ਪੜ੍ਹਨਾ, ਦੁਪਹਿਰੇ ਪੜ੍ਹਨਾ ਹੈ, ਸ਼ਾਮ ਨੂੰ ਪੜ੍ਹਨਾ ਹੈ, ਰਾਤ ਨੂੰ ਪੜ੍ਹਨਾ ਹੈ। ਪਰ ਪੜ੍ਹਦੇ ਹੋਏ ਇਹਨਾਂ ਅੱਖਰਾਂ 'ਚ ਹੀ ਉਲਝ ਜਾਂਦੇ, ਨਾਮ ਨੂੰ ਬੁੱਝਦੇ ਨਹੀਂ, ਨਾਮ ਨੂੰ ਜਾਣਦੇ ਨਹੀਂ, ਜਿਹਨੂੰ ਹਰ ਤੱਤ ਆਖੇ। ਮਹਾਰਾਜ ਕਹਿੰਦੇ ਪੁਸਤਕ ਪਾਠ ਵਿਆਕਰਨ ਬਖਾਣੇ, ਸੰਧਿਆ ਕਰਮ ਤਿਰਕਾਲ ਕਰੇ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੇ। ਮਹਾਰਾਜ ਕਹਿੰਦੇ ਵੀ ਬਾਣੀ ਇਸ ਤਰ੍ਹਾਂ ਜੀਵ ਪੜ੍ਹੀ ਵੀ ਜਾਣਗੇ ਸਵੇਰੇ, ਦੁਪਹਿਰੇ, ਸ਼ਾਮ ਨੂੰ, ਰਾਤ ਨੂੰ, ਪਰ ਜੇ ਉਹ ਹਰ ਤੱਤ ਨੂੰ ਨਹੀਂ ਉਹਨਾਂ ਨੇ ਜਾਣਿਆ, ਨਾਮ ਨੂੰ, ਉਹ ਇਹਨਾਂ ਅੱਖਰਾਂ 'ਚ ਹੀ ਉਲਝ ਕੇ ਲੈ ਜਾਣਗੇ। ਉਹ ਮੁਕਤ ਨਹੀਂ ਹੋ ਸਕਦੇ, ਉਹ ਜਨਮ ਮਰਨ ਤੋਂ ਰਹਿਤ ਨਹੀਂ ਹੋ ਸਕਦੀ। ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਏਗੀ, ਉਹਨਾਂ ਦਾ ਮਨ ਨਹੀਂ ਠੰਡਾ ਹੋਏਗਾ। ਅਤੇ ਫਿਰ ਮਹਾਰਾਜ ਕਹਿੰਦੇ ਵੀ ਤ੍ਰੈ ਗੁਣਾਂ 'ਚ ਜੀਵ ਗੁਰਬਾਣੀ ਨੂੰ ਪੜ੍ਹ ਕੇ ਫਿਰ ਉਹ ਵਿਚਾਰ ਵੀ ਕਰਦੇ, ਵਿਚਾਰ ਵੀ ਉਹ ਤ੍ਰੈ ਗੁਣਾਂ 'ਚ ਹੀ ਕਰਦੇ ਸੰਸਾਰ ਦੀ। ਨਾ ਤਾਂ ਉਹਨੂੰ ਸੁਣਨ ਵਾਲੇ ਮੁਕਤ ਹੁੰਦੇ ਵਿਚਾਰ ਨੂੰ, ਅਤੇ ਨਾ ਉਹ ਆਪ ਮੁਕਤ ਹੁੰਦੇ, ਨਾ ਉਹ ਦਰ 'ਤੇ ਪਹੁੰਚਦੇ ਵੀ ਜਿੱਥੋਂ ਇਹ ਦਰ ਤੋਂ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ। ਮਹਾਰਾਜ ਇਸ ਲਈ ਫਿਰ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਪੜ੍ਹ ਪੜ੍ਹ ਕਰੇ ਵਿਚਾਰ, ਮੁਕਤ ਕਦੇ ਨਾ ਹੋਵੇ ਨਾ ਪਾਇਣ ਮੋਖ ਦਵਾਰ। ਬਈ ਤ੍ਰੈ ਗੁਣਾਂ 'ਚ ਜੀਵ ਗੁਰਬਾਣੀ ਨੂੰ ਪੜ੍ਹ ਕੇ ਕਥਾ ਵਿਚਾਰ ਵੀ ਕਰਦੇ ਨੇ। ਉਹ ਜਦੋਂ ਕਥਾ ਕਰਨਗੇ ਉਹਨਾਂ ਨੂੰ ਨਹੀਂ ਪਤਾ ਵੀ ਜਿਹੜੀ ਕਥਾ ਅਗੰਮ ਤੋਂ ਸ਼ੁਰੂ ਹੁੰਦੀ, ਸਹਿਜ ਤੋਂ, ਬਈ ਜਿਹਨੂੰ ਅਕਥਾ ਕਹਾਣੀ ਆਖੀਏ, ਸਹਿਜ ਕਥਾ ਆਖੀਏ, ਗੁਜ ਕਥਾ ਆਖੀਏ, ਉਹ ਨਹੀਂ ਕਰਨਗੇ। ਉਹ ਸੰਸਾਰ ਦੀਆਂ ਕਹਾਣੀਆਂ ਸੁਣਾਉਣਗੇ। ਉਹ ਸੰਸਾਰ ਦੀਆਂ ਸਾਨੂੰ ਮਨ ਘੜਤ ਸੁਣਾਈ ਜਾਣਗੇ। ਅਤੇ ਮਹਾਰਾਜ ਕਹਿੰਦੇ ਵੀ ਨਾ ਤਾਂ ਉਹ ਆਪ ਮੁਕਤ ਹੋਏ, ਨਾ ਸੁਣਨ ਵਾਲੇ ਮੁਕਤ ਹੋਣਗੇ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਬਈ ਉਹ ਹਰ ਤੱਤ ਨੂੰ ਨਹੀਂ ਜਾਣਦੇ, ਉਹ ਨਾਮ ਨੂੰ ਨਹੀਂ ਜਾਣਦੇ ਵੀ ਜਿਸ ਨਾਮ ਨਾਲ ਜੁੜ ਕੇ ਅਸੀਂ ਮੁਕਤ ਹੋਣਾ, ਜਿਸ ਨਾਮ ਤੋਂ ਗੁਰਬਾਣੀ ਗੁਰੂ ਸ਼ੁਰੂ ਹੁੰਦੀ, ਜਿਹਨੂੰ ਮਹਾਰਾਜ ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਇਹ ਨਾਮ ਬ੍ਰਹਮ ਦਾ ਗਿਆਨ ਹੋਣ ਕਰਕੇ, ਨਾ ਭੇਤ ਹੋਣ ਕਰਕੇ, ਉਹ ਫਿਰ ਗੁਰਬਾਣੀ ਨੂੰ ਪੜ੍ਹ ਕੇ ਹੀ ਵਾਦ ਵਿਵਾਦ 'ਚ ਪੈ ਜਾਣਗੇ, ਆਪਸ ਵਿੱਚ ਹੀ ਲੜੀ ਜਾਣਗੇ। ਉਹੀਓ ਹੁਣ ਆਪਾਂ ਦੇਖਦੇ ਸੰਸਾਰ ਦੇ ਵਿੱਚ ਵੀ ਜਿਹੜੇ ਗੁਰਬਾਣੀ ਪੜ੍ਹਦੇ ਉਹੀਓ ਆਪਸ ਵਿੱਚ ਲੜੀ ਜਾਂਦੇ, ਲੜਦੇ ਕਿਉਂ ਨੇ? ਕਿਉਂਕਿ ਜੋ ਗੁਰਬਾਣੀ ਗੁਰੂ ਸਾਨੂੰ ਪ੍ਰੇਮ ਸਿਖਾ ਰਹੇ, ਉਹਨਾਂ ਨੇ ਸਮਝਿਆ ਨਹੀਂ ਗੁਰਬਾਣੀ ਗੁਰੂ ਨੂੰ, ਉਹਨਾਂ ਨੇ ਭੇਦ ਨਹੀਂ ਲਿਆ ਵੀ ਸਾਨੂੰ ਕੀ ਕਹਿ ਰਹੇ ਨੇ, ਸਿਰਫ ਪੜ੍ਹਨ ਤੱਕ ਸੀਮਤ ਨੇ। ਇਸੇ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਕੱਲਾ ਪੜ੍ਹਨ ਤੱਕ ਸੀਮਤ ਨਹੀਂ ਰਹਿਣਾ, ਅਸੀਂ ਗੁਰਬਾਣੀ ਗੁਰੂ ਨੂੰ ਖੋਜਣਾ, ਸਾਡੇ ਅੰਦਰ ਦੀ ਖੋਜ ਹੈ। ਅਸੀਂ ਖੋਜ ਕਰਨੀ ਨਾਮ ਦੀ, ਵੀ ਜਿਸ ਨਾਮ ਦੇ ਨਾਲੋਂ ਸਾਡੀ ਲਿਵ ਟੁੱਟੀ ਹੈ, ਅਸੀਂ ਉਹ ਨਾਮ ਦੇ ਨਾਲ ਕਿਵੇਂ ਜੁੜੀਏ।
ਅਸੀਂ ਖੋਜ ਕਰਨੀ ਆਪਦੇ ਘਰ ਦੀ, ਨਿੱਜ ਮਹਿਲ ਥਿਰ ਘਰ 10ਵੇਂ ਦੀਵਾਰ ਦੀ, ਵੀ ਅਸੀਂ ਆਪਦੇ ਘਰ ਕਿਵੇਂ ਜਾਈਏ ਤਾਂ ਕਿ ਅਸੀਂ ਸੁੱਖ ਲਈਏ, ਆਨੰਦ ਲਈਏ। ਉਹ ਹੁਣ ਤਾਂ ਹੀ ਹੋਏਗਾ ਜੇ ਅਸੀਂ ਸਤ ਸੰਗਤ ਕਰਾਂਗੇ, ਅਤੇ ਜੇ ਆਪਾਂ ਨੂੰ ਐਸੇ ਗੁਰਮੁਖਾਂ ਦਾ ਸੰਗ ਹੋਏਗਾ ਬਈ ਜਿਹੜੇ ਆਪ ਨਾਮ ਨਾਲ ਜੁੜੇ, ਜਿਹੜੇ ਆਪ ਘਰ ਗਏ ਨੇ, ਜਿਨ੍ਹਾਂ ਨੂੰ ਸਾਰਾ ਭੇਤ ਹੈ, ਉਹ ਸਾਨੂੰ ਦੱਸਣਗੇ ਬਈ ਗੁਰਬਾਣੀ ਗੁਰੂ ਸਾਨੂੰ ਕੀ ਕਹਿ ਰਹੇ, ਕੀ ਸਾਨੂੰ ਸਮਝਾਉਣਾ ਚਾਹੁੰਦੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਬ੍ਰਹਮ ਦੀ ਵਿਦਿਆ, ਬ੍ਰਹਮ ਦਾ ਗਿਆਨ ਲੈਣ ਵਾਸਤੇ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਜਿਵੇਂ ਹੁਣ ਅਸੀਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਸਕੂਲਾਂ 'ਚ ਜਾਂਦੇ ਹਾਂ, ਬੱਚਿਆਂ ਨੂੰ ਭੇਜਦੇ ਹਾਂ, ਉਸੇ ਤਰ੍ਹਾਂ ਹੀ ਇਹ ਸਤ ਸੰਗਤ ਸਤਿਗੁਰ ਕਹਿੰਦੇ ਮੇਰਾ ਸਕੂਲ ਹੈ। ਜੇ ਹੁਣ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ ਅਤੇ ਫਿਰ ਇਹ ਸਾਨੂੰ ਬ੍ਰਹਮ ਦਾ ਗਿਆਨ ਹੋਏਗਾ। ਜੇ ਸਾਨੂੰ ਗਿਆਨ ਹੋਏਗਾ ਤਾਂ ਸਾਡਾ ਮਨ ਠੰਡਾ ਹੋ ਜਾਏਗਾ, ਸਾਡਾ ਮਨ ਸੀਤਲ ਹੋ ਜਾਏਗਾ। ਫਿਰ ਇਹ ਦੁਰਮਤ ਦੀ ਅਗਨ ਦੇ ਵਿੱਚ ਸੜੇਗਾ ਨਹੀਂ, ਫਿਰ ਇਹ ਦੁਖੀ ਨਹੀਂ ਹੋਏਗਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਸਤ ਸੰਗਤ 'ਚ ਆਓ, ਇਹ ਗਿਆਨ ਲਵੋ ਅਤੇ ਇਹ ਸਤਿਗੁਰਾਂ ਦੇ ਗੁਣਾਂ ਤੋਂ ਜਾਣੂ ਹੋਵੋ। ਮਾਰੇ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਦ ਹਰ ਗੁਣ ਸਿੱਖਾਂ। ਬਈ ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਮੈਂ ਇਹ ਸਾਰਾ ਕੁਝ ਸਿੱਖਣਾ, ਅਸੀਂ ਸਿੱਖਿਆ ਲੈਣੀ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਹੜਾ ਆਏਗਾ ਸੰਗਤ 'ਚ, ਜਿਹੜਾ ਇਹ ਸਿੱਖਿਆ ਲਏਗਾ, ਜਿਹਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਏਗਾ, ਉਹਦਾ ਮਨ ਸੁਖੀ ਹੋ ਜਾਏਗਾ, ਉਹਦੇ ਮਨ ਨੂੰ ਸ਼ਾਂਤੀ ਆ ਜਾਏਗੀ। ਇਸ ਵਾਸਤੇ ਫਿਰ ਇਹ ਸਾਡੇ ਵਾਸਤੇ ਜ਼ਰੂਰੀ ਹੈ। ਜੇ ਅਸੀਂ ਇਹ ਗਿਆਨ ਲਵਾਂਗੇ ਤਾਂਹੀਓ ਅਸੀਂ ਸੁਖੀ ਚੱਲ ਸਕਦੇ ਅੱਗੇ। ਜੇ ਅਸੀਂ ਇਹ ਗਿਆਨ ਪ੍ਰਾਪਤ ਨਹੀਂ ਕਰਾਂਗੇ, ਨਹੀਂ ਸਤ ਸੰਗਤ ਕਰਾਂਗੇ, ਫਿਰ ਸਾਡਾ ਜਿਹੜਾ ਮਨ ਹੈ ਦੁਖੀ ਹੋਏਗਾ, ਅਸ਼ਾਂਤ ਹੋ ਜਾਏਗਾ, ਇਹ ਦੁਰਮਤ ਦੀ ਅਗਨ 'ਚ ਜਲੇਗਾ। ਫਿਰ ਇਹ ਦੁਰਮਤ ਦੀ ਅਗਨ ਇਹਨੂੰ ਸਾੜੇਗੀ। ਆਈਆਂ ਮਾਰੇ ਸਾਨੂੰ ਸਮਝਾਉਂਦੇ ਵੀ ਇਹ ਦੁਰਮਤ ਦੀ ਅਗਨ ਜਿਹੜੀ ਸਾਰੇ ਜਗਤ ਨੂੰ ਸਾੜ ਰਹੀ, ਗੁਰਮੁਖਾਂ ਨੂੰ ਇਹ ਪਾਣੀ ਵਰਗੀ ਠੰਡੀ ਲੱਗਦੀ, ਉਹਨਾਂ ਦਾ ਮਨ ਨਹੀਂ ਸੜਦਾ। ਕਿਉਂ ਨਹੀਂ ਸੜਦਾ? ਕਿਉਂਕਿ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੈ, ਤਾਂ ਕਰਕੇ ਉਹਨਾਂ ਦਾ ਮਨ ਸੀਤਲ ਹੈ, ਠੰਡਾ ਹੈ। ਮਾਰੇ ਫਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜੈਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਬਈ ਜੇ ਅਸੀਂ ਇਹ ਬ੍ਰਹਮ ਦਾ ਗਿਆਨ ਸਤਿਗੁਰਾਂ ਤੋਂ ਲੈ ਲਾਂਗੇ ਅਤੇ ਸਾਡੇ ਮਨ ਨੇ ਸੀਤਲ ਹੋ ਜਾਣਾ, ਠੰਡਾ ਹੋ ਜਾਣਾ, ਇਹਦੇ ਜਲੇਗਾ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਗਿਆਨ ਲਵੋ ਅਤੇ ਸੁਖੀ ਹੋ ਜਾਓ। ਇਹ ਹੁਣ ਸਾਡੇ 'ਤੇ ਮਨਸਰ ਹੈ ਵੀ ਅਸੀਂ ਕਿੰਨੀ ਕੁ ਸੰਗਤ ਕਰਦੇ ਹਾਂ, ਕਿੰਨਾ ਕੁ ਅਸੀਂ ਸਿਮਰਨ ਕਰਦੇ ਹਾਂ। ਜਿੰਨੀ ਅਸੀਂ ਸਤ ਸੰਗਤ ਕਰਾਂਗੇ ਉਨਾ ਹੀ ਸਾਨੂੰ ਗਿਆਨ ਹੋਏਗਾ, ਉਨੀ ਹੀ ਸਾਡੇ ਮਨ ਨੂੰ ਸੋਝੀ ਆਏਗੀ। ਜਿਵੇਂ ਹੁਣ ਬੱਚਾ ਹੈ, ਜੇ ਸਕੂਲ 'ਚ ਜਾਏਗਾ ਤਾਂ ਉਹਨੂੰ ਪੜ੍ਹਾਈ ਆਉਣੀ, ਜੇ ਹੁਣ ਉਹ ਸਕੂਲ ਜਾਵੇ ਨਾ ਤਾਂ ਉਹਨੂੰ ਪੜ੍ਹਾਈ ਨਹੀਂ ਆ ਸਕਦੀ। ਜੇ ਹੁਣ ਉਹ ਸਕੂਲ ਜਾਵੇ ਵੀ ਅਤੇ ਹਾਜ਼ਰੀ ਲਵਾ ਕੇ ਗੇੜਾ ਕੱਢ ਕੇ ਵਾਪਸ ਆ ਜਾਵੇ, ਉਹਨੂੰ ਤਾਂ ਵੀ ਨਹੀਂ ਪੜ੍ਹਾਈ ਆਉਣੀ। ਜੇ ਉਹ ਸਕੂਲ 'ਚ ਜਾਵੇ ਅਤੇ ਉੱਥੋਂ ਮੱਥਾ ਟੇਕ ਕੇ ਮੁੜ ਆਵੇ, ਉਹ ਫਿਰ ਵੀ ਨਹੀਂ ਪਾਸ ਹੋ ਸਕਦਾ। ਹੁਣ ਇਸੇ ਤਰ੍ਹਾਂ ਹੀ ਸੰਸਾਰ 'ਚ ਜੀਵਾਂ ਦੀ ਹਾਲਤ ਹੈ। ਜਦੋਂ ਜੀਵ ਗੁਰੂ ਘਰ ਆਉਂਦੇ, ਉਹ ਇੱਥੇ ਆਉਂਦੇ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ। ਹੁਣ ਜੇ ਅਸੀਂ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਹਾਂ, ਇਹ ਸਾਨੂੰ ਗਿਆਨ ਤਾਂ ਹੋਣਾ ਹੀ ਨਹੀਂ, ਸਾਨੂੰ ਭੇਦ ਹੀ ਨਹੀਂ ਹੋਣਾ। ਫਿਰ ਉਹ ਸਾਡਾ ਮੱਥਾ ਟੇਕਣਾ ਵੀ ਇੱਦਾਂ ਹੈ, ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜਾ ਅਪਰਾਧੀ ਹੁੰਦਾ ਉਹ ਦੂਣਾ ਨਿਮਦਾ, ਕਿਉਂਕਿ ਉਹ ਸਾਡਾ ਨਿਮਣਾ ਵੀ ਜਿਹੜਾ, ਉਹ ਨਿਮਣਾ ਵੀ ਇਸ ਤਰ੍ਹਾਂ ਵੀ ਜਿਵੇਂ ਜੀਵ ਸਲਾਮ ਵੀ ਕਰੇ ਅਤੇ ਜਵਾਬ ਵੀ ਦੇਵੇ, ਕਹਿਣਾ ਮੈਂ ਨਾ ਮੰਨੇ। ਔਰ ਕੀ ਹੈ ਵੀ ਜੀਵ ਇੱਥੇ ਆ ਕੇ ਮੱਥਾ ਵੀ ਟੇਕ ਦਿੰਦੇ, ਅਤੇ ਜੋ ਗੁਰਬਾਣੀ ਗੁਰੂ ਕਹਿ ਰਹੇ ਉਹਨਾਂ ਦਾ ਕਹਿਣਾ ਵੀ ਨਹੀਂ ਮੰਨਦੇ।
इस वास्ते च फिर महाराज कहते सलाम जवाब दोवें करे मुढ़ों को था जाए, नानक दोवें कूड़ियाँ थाए ना काई पाए। भी ये दोवें झूठे ने, बई साडा निमना भी झूठा, मथा टेकना भी झूठा, क्योंकि जो सानू कह रहे असी वो कहना तो मनते ही नहीं। सो इस वास्ते फिर आपां समझाते अपराधी दूना निमे ज्यों हंता मरगाए। बई जिमें जिहड़ा शिरकारी है ना, जदों उन्हें मिरग नूं फड़ना हुंदा हो सका तो इन्ना निभदा भी वो लम्मा ही पै जांदा। इस तरह ही महाराज सच्चे पातशाह कहते जे साडे अंदर वैर विरोध है, साडे अंदर ईरखा है, नफरत है, असी फिक्के बोल बोलते हैं, फिर वो तो साडा निमना भी इस तरह भी जिमें वो शिकारी निमदा है। इस वास्ते फिर आपां समझाते भी जे हुण जीव गुरु घर आवे तो आके सिर्फ मत्था टेक के वापस मुड़ जाए तो उन्होंने नहीं समझ आनी भी वो की कह रहे सानू सतगुरु। आ करके फिर आपां समझाते बई ये सत संगत दे विच आओ। सत संगत उन्होंने कहते जिथे सच ते नाम की महिमा होती, जिथे सिमरन अभ्यास हुंदा होवे, जिथे मालक नूं मिलाप दा रस्ता दसिया जांदा होवे, ऐसी सत संगत च आके महाराज कहते चुप करके बैठ जाओ। वरमाउंदे तित जाए बहु सत संगति, जिथे हर का हर नाम बलोईए। बई जिथे सिमरन अभ्यास हुंदा उत्थे जाके चुप करके आराम दे नाल बैठ जाओ। जिथे निंदिया चुगली हुंदी, जिथे दुविधा की गल चलती, ईरखा नफरत की गल चलती, उत्थों चुप करके उठ के बाहर चले जाओ। क्योंकि जे असी दुविधा की गल सुनांगे तो साडे मन ते मैल लगे, साडा मन होर अशांत होर दुखी हो जाएगा। इस वास्ते फिर आपां नूं सत संगत की पहचान दसी। महाराज कहते सत संगत कैसी जानी है, जिथे एको नाम वखाणीए। बई जिथे नाम की महिमा, नाम का वख्यान हुंदा होवे, नाम का भेद दिता जांदा होवे, उहनूं सत संगत समझो। ये आपां फिर समझाते जदों असी सत संगत च आ जाने जिथे सच ते नाम की महिमा हुंदी, उत्थे मालक आप हाजिर हुंदा। जदों असी सत्संग च आ जाने मालक साडे पिछले कीते हुए अवगुण सारे बख्श दिंदा, वो सानू माफ़ कर दिंदा, वो सानू मुक्त कर दिंदा ते भव सागर तो पार लंघा दिंदा। ये साध संगत की वडियाई है। मारे फरमाउंदे मुगत भई कर साध संगत, तिनके अवगुण सब पर हरिया। इनको देख भई है कृपाला, तिन भव सागर तरिया। बई मालक साडे ते इन्ना दयालु कृपालू हो जाता जदों असी सत्संग च आ जाने, वो सानू मुक्त कर दिंदा। वो साडे पिछले अवगुण वो सारी माफ़ कर दिंदा, सारी बख्श दिंदा साडी। इन्नी महाराज जी सत्संग की वडियाई दसदी। इसलिए फिर कहते जिन्होंने ये सत्संगत मिल जाती वो तर जाती। मेरे माधो जी सत संगत मिले सो तरिया। हुण किवें साडे मन ने तरना, ਉਹਦੇ वास्ते फिर आपां नूं कहंदे भी नाल नाल ही सिमरन करो। बई सत संगत च आके असीं मुक्त तां हो जाने, फिर असीं जदों बाहर जाना परिवारां च घरां च फिर आपां नूं दसदे भी सिमरन करते रहना। जे सिमरन करते रहांगे तो असीं मुक्त ही रहांगे। जे असीं सिमरन करना बंद करता फिर असीं संसारी विचारां च चले गए तो फिर असीं बंधनां च वज गए। हुण किवें महाराज जी कहंदे भी असीं रखिया चक्कर बना के रखना भी ताकि अगन तो साडा मन बच सके। ਉਹਦੇ वास्ते फिर आपां नूं कहंदे गुर का शब्द रखवारे चौकी चगिरद हमारी। भी ये शब्द रखिया चक्कर बनाओ, सिमरन करते रहो। आओ हुण जो सतगुरु आपां नूं ये अभ्यास दस रहे, आओ सारे गुरमुख प्यारे करो जी शुरू। वाहिगुरू वाहिगुरू
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਸ ਸਿਮਰਨ ਕਰਦੇ ਹੋਏ ਨਾਲ ਆਪਾਂ ਗੁਰੂ ਦੀ ਮੱਤ ਗਿਆਨ ਦਿੰਦੇ ਹੋਏ ਮਨ ਨੂੰ ਅਸੀਂ ਸਹਿਜ ਵਿੱਚ ਲੈ ਕੇ ਜਾਣਾ ਆਪਣੇ ਘਰ, ਜਿਸੇ ਮਾਲਕ ਦੀ ਆਵਾਜ਼ ਨਾਮ ਚੱਲ ਰਿਹਾ। ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ ਅੰਦਰੋਂ, ਉਹ ਸਾਡੇ ਮਨ ਵਾਸਤੇ ਹੁਕਮ ਹੈ। ਜਦੋਂ ਸਾਨੂੰ ਹੁਕਮ ਦੀ ਪਹਿਚਾਣ ਆ ਗਈ, ਫਿਰ ਸਾਡੇ ਮਨ ਨੇ ਦਿਨ ਰਾਤ ਇਹਨੇ ਸੁਖੀ ਹੋ ਜਾਣਾ। ਫਿਰ ਇਹ ਜਿਹੜਾ ਅਗਨ ਦੇ ਬਰਾਬਰ ਮਰਨ ਤਪਦਾ ਹੈ, ਫਿਰ ਇਹ ਤਪੇਗਾ ਨਹੀਂ। ਜਿਹੜੇ ਇਹਦੇ ਅੰਦਰ ਆਸ਼ਾ ਬਲਾਸ਼ਾ ਤ੍ਰਿਸ਼ਨਾਵਾਂ ਦੀ ਛੁਰੀ ਚੱਲਦੀ ਹੈ, ਫਿਰ ਇਹਦੇ ਅੰਦਰ ਇਹ ਛੁਰੀ ਨਹੀਂ ਚੱਲੇਗੀ, ਫਿਰ ਇਹ ਦੁਖੀ ਨਹੀਂ ਹੋਏਗਾ। ਇਸੇ ਵਰਤਾਏ ਫਿਰ ਮਹਾਰਾਜ ਕਹਿੰਦੇ, ਜਿਹੜਾ ਅਗਨ ਬਰਾਬਰ ਤਪੀ ਭੀਤਰ ਵਗੇ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ। ਬਈ ਜਿਹੜਾ ਗੁਰਮੁਖ ਹੁਕਮ ਦੀ ਪਹਿਚਾਣ ਕਰ ਲੈਂਦਾ ਹੈ, ਉਹ ਦਿਨ ਰਾਤ ਸੁਖੀ ਹੋ ਜਾਂਦਾ। ਉਹਦਾ ਮਨ ਸੁਖੀ ਹੈ, ਉਹਦਾ ਮਨ ਆਨੰਦ ਵਿੱਚ। ਉਹਦੇ ਅੰਦਰ ਇਹ ਵੈਰ ਵਿਰੋਧ ਨਹੀਂ ਹੈ। ਉਹ ਵੈਰ ਵਿਰੋਧ ਦੀ ਛੁਰੀ ਉਹਦੇ ਅੰਦਰ ਨਹੀਂ ਚੱਲਦੀ, ਕਿਉਂਕਿ ਜਦੋਂ ਸਾਡੇ ਅੰਦਰ ਵੈਰ ਵਿਰੋਧ ਉਹ ਛੁਰੀ ਹੈ ਸਾਡੇ ਅੰਦਰ, ਤਾਂਹੀਓ ਸਾਨੂੰ ਕੱਟ ਰਹੀ, ਤਾਂਹੀਓ ਅਸੀਂ ਦੁਖੀ ਹੋ ਰਹੇ। ਜਦੋਂ ਅਸੀਂ ਹੁਕਮ ਨੂੰ ਪਹਿਚਾਣ ਲਿਆ, ਸਾਡੇ ਅੰਦਰ ਕਿਸੇ ਪ੍ਰਥਾਏ ਕੋਈ ਦੁਬਦਾ ਨਹੀਂ, ਕੋਈ ਵੈਰ ਵਿਰੋਧ ਨਹੀਂ, ਕੋਈ ਸਹਿੰਸਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕੋਈ ਦੁੱਖ ਨਹੀਂ, ਅਤੇ ਅਸੀਂ ਉਹ ਛੁਰੀ ਸਾਡੇ ਮਨ 'ਤੇ ਚੱਲੇਗੀ ਵੀ ਨਹੀਂ। ਇਸ ਵਾਸਤੇ ਆਪਾਂ ਸੁਖੀ ਹੋ ਜਾਣਾ ਦਿਨ ਰਾਤ। ਫਿਰ ਸਾਡੇ ਮਨ ਨੂੰ ਸੁੱਖ ਹੈ, ਆਨੰਦ ਹੈ, ਸਹਿਜ ਹੈ। ਇਸ ਵਾਸਤੇ ਹੁਣ ਆਪਾਂ ਇਹ ਕੋਸ਼ਿਸ਼ ਕਰਨੀ, ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹ ਕੇ ਵਿਚਾਰਨਾ ਵੀ ਸਾਨੂੰ ਕੀ ਸਮਝਾਉਂਦੇ ਨੇ, ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ, ਤਾਂ ਕਿ ਜੋ ਸਤਿਗੁਰੂ ਆਪਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕਰ ਰਹੇ, ਜੋ ਇਹ ਸਾਨੂੰ ਬ੍ਰਹਮ ਦਾ ਗਿਆਨ ਦੇ ਰਹੇ, ਇਹ ਸਾਨੂੰ ਬ੍ਰਹਮ ਦਾ ਗਿਆਨ ਹੋ ਜੀ। ਜੇ ਗਿਆਨ ਆਪਾਂ ਨੂੰ ਹੋ ਜਾਏਗਾ ਨਾ, ਤਾਂ ਸਾਡਾ ਮਨ ਦੁਖੀ ਨਹੀਂ ਹੋਏਗਾ। ਇਹ ਗਿਆਨ ਦੀ ਨਿਸ਼ਾਨੀ। ਜੇ ਸਾਡਾ ਮਨ ਦੁਖੀ ਹੋ ਰਿਹਾ, ਸ਼ਾਂਤ ਹੋ ਰਿਹਾ, ਇਹ ਵੈਰ ਵਿਰੋਧ 'ਚ ਜਾ ਰਿਹਾ, ਅਤੇ ਇਹਦਾ ਕਾਰਨ ਇਹ ਹੈ ਵੀ ਸਾਨੂੰ ਹਜੇ ਗਿਆਨ ਹੋਇਆ ਨਹੀਂ। ਜਿਸ ਦਿਨ ਸਾਨੂੰ ਇਹ ਗਿਆਨ ਹੋ ਗਿਆ, ਅਤੇ ਫਿਰ ਸਾਡੇ ਮਨ ਨੂੰ ਦੁੱਖ ਕੋਈ ਨਹੀਂ ਲੱਗਣਾ, ਫਿਰ ਇਹਨੇ ਵੈਰ ਵਿਰੋਧ 'ਚ ਨਹੀਂ ਜਾਣਾ ਹੈ। ਇਸ ਵਾਸਤੇ ਫਿਰ ਇਹ ਗਿਆਨ ਨੂੰ ਲੈਣ ਵਾਸਤੇ, ਗਿਆਨ ਦ੍ਰਿੜ੍ਹ ਕਰਨ ਵਾਸਤੇ ਹੀ ਆਪਾਂ ਇਹ ਸਤ ਸੰਗਤ ਕਰਦੇ। ਜਿਵੇਂ ਬੱਚਾ ਪਹਿਲਾਂ ਸਕੂਲ ਜਾਂਦਾ, ਪਹਿਲਾਂ ਤੁਹਾਨੂੰ ਬੈਠਣਾ ਹੀ ਨਹੀਂ ਆਉਂਦਾ, ਉਹ ਭੱਜਿਆ ਹੀ ਫਿਰਦਾ। ਹੌਲੀ ਹੌਲੀ ਉਹ ਬਹਿਣਾ ਸਿੱਖਦਾ, ਫਿਰ ਉਹਨੂੰ ਹੌਲੀ ਹੌਲੀ ਸਮਝ ਲੱਗਦੀ ਵੀ ਮੈਨੂੰ ਕੀ ਪੜ੍ਹਾਇਆ ਜਾ ਰਿਹਾ, ਮੈਨੂੰ ਕੀ ਸਮਝਾ ਰਹੇ ਨੇ।
ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤਸੰਗ 'ਚ ਆਉਂਦੇ, ਪਹਿਲਾਂ ਤਾਂ ਸਾਡਾ ਮਨ ਹੀ ਨਹੀਂ ਟਿਕਦਾ, ਮਨ ਹੀ ਭੱਜਾ ਫਿਰਦਾ। ਹੌਲੀ ਹੌਲੀ ਸਾਡਾ ਮਨ ਟਿਕਣਾ ਸ਼ੁਰੂ ਹੁੰਦਾ, ਬੈਠਣ ਲੱਗਦਾ। ਫਿਰ ਜਦੋਂ ਬੈਠੇਗਾ, ਫਿਰ ਇਹਨੂੰ ਜੋ ਪੜ੍ਹਾਈ ਸਤਿਗੁਰੂ ਸਾਨੂੰ ਕਰਾ ਰਹੇ, ਜੋ ਸਾਨੂੰ ਇਹ ਬ੍ਰਹਮ ਦਾ ਗਿਆਨ ਦੇ ਰਹੇ, ਫਿਰ ਇਹ ਸਾਨੂੰ ਗਿਆਨ ਹੋਣਾ ਸ਼ੁਰੂ ਹੁੰਦਾ। ਫਿਰ ਜਿਉਂ-ਜਿਉਂ ਸਾਨੂੰ ਗਿਆਨ ਹੋਏਗਾ, ਗਿਆਨ ਤਾਂ ਹੀ ਹੋਏਗਾ ਜਿਉਂ-ਜਿਉਂ ਅਸੀਂ ਸਤਸੰਗਤ ਕਰਦੇ ਜਾਵਾਂਗੇ, ਸਾਨੂੰ ਗਿਆਨ ਹੁੰਦਾ ਜਾਏਗਾ। ਜਿਉਂ-ਜਿਉਂ ਗਿਆਨ ਹੁੰਦਾ ਜਾਏਗਾ ਤਿਉਂ-ਤਿਉਂ ਫਿਰ ਅਸੀਂ ਸੰਗਤ ਤੋਂ ਬਿਨਾਂ ਰਹਿ ਨਹੀਂ ਸਕਾਂਗੇ। ਜਿਵੇਂ ਬੱਚਾ ਪਹਿਲਾਂ ਤਾਂ ਉਹ ਸਕੂਲ ਦੇ ਵਿੱਚ ਜਾਣ ਲੱਗਿਆ ਰੋਂਦਾ, ਜਦੋਂ ਉਹਨੂੰ ਪੜ੍ਹਾਈ ਆਉਣ ਲੱਗ ਜਾਂਦੀ, ਫਿਰ ਉਹਨੂੰ ਜੇ ਮਾਂ ਪਿਓ ਕਹਿਣ ਵੀ ਬਈ ਤੂੰ ਅੱਜ ਛੁੱਟੀ ਕਰ ਲਾ, ਘਰੇ ਰਹਿ ਪਾ, ਫਿਰ ਉਹ ਘਰੇ ਨਹੀਂ ਰਹਿੰਦਾ, ਕਿਉਂਕਿ ਉਹਨੂੰ ਪਤਾ ਵੀ ਮੇਰੀ ਪੜ੍ਹਾਈ ਪਿੱਛੇ ਰਹਿ ਜਾਣੀ, ਵੀ ਮੈਂ ਪਾਸ ਨਹੀਂ ਹੋਣਾ। ਫਿਰ ਇਸ ਵਾਸਤੇ ਉਹ ਛੁੱਟੀ ਨਹੀਂ ਕਰਦਾ। ਹੁਣ ਇਸੇ ਤਰ੍ਹਾਂ ਹੀ ਜਿਸ ਦਿਨ ਸਾਨੂੰ ਇਹ ਗਿਆਨ ਸੋਝੀ ਹੋ ਗਈ ਬਈ ਇਹ ਸਤ ਸੰਗਤ ਸਾਡੇ ਮਨ ਵਾਸਤੇ, ਫਿਰ ਅਸੀਂ ਸਤ ਸੰਗਤ ਤੋਂ ਬਿਨਾਂ ਰਹਿ ਨਹੀਂ ਸਕਾਂਗੇ। ਸਾਨੂੰ ਪਤਾ ਵੀ ਸਾਨੂੰ ਜੋ ਸਤਿਗੁਰੂ ਕਹਿ ਰਹੇ, ਜੇ ਅਸੀਂ ਸੰਗਤ ਕਰਾਂਗੇ ਤਾਂਹੀਓ ਸਾਡੇ ਗਿਆਨ 'ਚ ਵਾਧਾ ਹੋਣਾ, ਤਾਂਹੀਓ ਸਾਨੂੰ ਸਮਝ ਲੱਗਣੀ। ਫਿਰ ਜੇ ਸਾਨੂੰ ਕੋਈ ਆਖੇਗਾ ਵੀ ਨਾ ਵੀ ਅੱਜ ਰਹਿਣ ਦਿਓ ਸੰਗਤ 'ਚ ਜਾਣ ਨੂੰ, ਫਿਰ ਅਸੀਂ ਨਹੀਂ ਰੁਕਾਂਗੇ, ਕਿਸੇ ਦੇ ਰੁਕਿਆ ਵੀ ਨਹੀਂ ਅਸੀਂ ਰੁਕਣਾ। ਇਹ ਜਦ ਤੱਕ ਹਜੇ ਸਾਨੂੰ ਸਮਝ ਨਹੀਂ ਲੱਗਦੀ ਚੰਗੀ ਤਰ੍ਹਾਂ, ਉਹਨਾਂ ਸਮਾਂ ਸਾਨੂੰ ਥੋੜ੍ਹਾ ਜਿਹਾ ਬਹਾਨਾ ਚਾਹੀਦਾ ਵੀ ਚਲੋ ਕੋਈ ਗੱਲ ਨਹੀਂ, ਰਹਿਣ ਦਿੰਦੇ ਹਾਂ, ਇਹ ਤਾਂ ਰੋਜ਼ ਹੁੰਦਾ ਹੀ ਹੈ। ਹੁਣ ਜੇ ਬੱਚਾ ਆਖੇ ਵੀ ਸਕੂਲ ਤਾਂ ਰੋਜ਼ ਹੀ ਲੱਗਦਾ, ਇਸੇ ਤਰ੍ਹਾਂ ਇਹ ਵੀ ਸਕੂਲ ਹੈ ਸਤਿਗੁਰਾਂ ਦਾ, ਇਹ ਵੀ ਸਾਨੂੰ ਰੋਜ਼ ਜ਼ਰੂਰੀ ਹੈ। ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੁੰਦੀ ਵੀ ਤਾਂ ਕਿ ਇਹ ਗਿਆਨ ਸਾਨੂੰ ਚੰਗੀ ਤਰ੍ਹਾਂ ਹੋ ਜੇ, ਸਾਡੇ ਹਿਰਦੇ 'ਚ ਬੈਠ ਜਾਵੇ। ਸੋ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਸਾਡੇ ਮਨ 'ਚ ਵਸ ਜੇ। ਇਹ ਆਪਾਂ ਵੀ ਆਪਦੇ ਜੀਵਨ ਦਾ ਲਾਹਾ ਖੱਟ ਕੇ ਇੱਥੋਂ ਖੁਸ਼ੀ ਖੁਸ਼ੀ ਆਪਦੇ ਘਰ ਆਪਦੇ ਦੇਸ਼ ਵਾਪਸ ਜਾਈਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।